ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਮੈਂ ਹਾਂ ਗਗਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਲਾਈਵ ਕਪੜ ਛਣ ਦਾ ਇੱਕ ਖਾਸ ਪ੍ਰੋਗਰਾਮ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਹਿਮ ਮਸਲੇ ਜੋ ਰਹਿਣਗੇ ਪੰਜਾਬ ਕਾਂਗਰਸ ਦੇ ਵਿੱਚ ਛਿੜਿਆ ਵੱਡਾ ਭੁਚਾਲ ਹੁਣ ਰੁਕਣ ਦਾ ਨਾਮ ਨਹੀਂ ਰਿਹਾ। ਇਸ ਭੁਚਾਲ ਦੇ ਵਿੱਚ ਹੁਣ ਪ੍ਰਗਟ ਸਿੰਘ ਦੀ ਫੋਨ ਕਾਲ ਦਾ ਵਿਵਾਦ ਬਾਹਰ ਆਇਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ। ਜਿੱਧਰੋਂ ਧਮਕੀ ਆਉਣ ਦਾ ਦਾਅਵਾ ਪ੍ਰਗਟ ਸਿੰਘ ਨੇ ਕੀਤਾ, ਉਹਨਾਂ ਨੇ ਇਹਨਾਂ ਸਾਰੇ ਆਰੋਪਾਂ ਨੂੰ ਨਕਾਰ ਦਿੱਤਾ। ਉਸ ਦੇ ਉੱਤੇ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਰਹੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਦੀ ਕੁਰਸੀ ਜਾ ਸਕਦੀ ਹੈ ਤੇ ਉਸ ਕੁਰਸੀ ਦੇ ਉੱਤੇ ਨਵੇਂ ਮੰਤਰੀ ਵਿਰਾਜਮਾਨ ਹੋ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਦਾ ਵੀ ਕੁਝ ਨਵਾਂ ਹਾਲ ਹੀਲਾ ਹੋ ਸਕਦਾ। ਇਸ ਚੀਜ਼ ਦੀਆਂ ਵੀ ਚਰਚਾਵਾਂ ਵਧਣ ਲੱਗੀਆਂ ਨੇ। ਹਾਈ ਕਮਾਨ ਤੱਕ ਇਹ ਮਾਮਲਾ ਪਹੁੰਚਿਆ ਹੈ ਕਿ ਕੁਝ ਹਾਈ ਕਮਾਨ ਕਰ ਸਕਦੀ ਹੈ। ਇਹ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਸਲਾ ਰਹੇਗਾ। ਉੱਧਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਉਣ ਦੀਆਂ ਵੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਕਰਕੇ ਸਵਾਲਾਂ ਵੱਲ ਦੇਣ ਲਈ ਸਵਾਗਤ ਹੈ ਜੀ। ਬਹੁਤ ਧੰਨਵਾਦ ਕਵੀ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਡੱਲਾ ਜੀ, ਜੋ ਭੁਚਾਲ ਹੁਣ ਪੰਜਾਬ ਕਾਂਗਰਸ ਦੇ ਵਿੱਚ ਉੱਠਿਆ ਹੈ, ਪ੍ਰਗਟ ਸਿੰਘ ਦੀ ਪ੍ਰੈਸ ਕਾਨਫਰੰਸ ਦੇ ਨਾਲ ਕਈ ਮੰਤਰੀ, ਕਈ ਵਿਧਾਇਕ ਅਜਿਹੇ ਨੇ ਜਿਹੜੇ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਬੋਲੇ ਨੇ। ਸਭ ਤੋਂ ਪਹਿਲਾਂ ਤਾਂ ਇਸ ਵਿਵਾਦ ਨੂੰ ਕਿੱਦਾਂ ਵੇਖ ਰਹੇ ਹੋ, ਫਿਰ ਇੱਕ ਇੱਕ ਕਰਕੇ ਬਾਕੀ ਸਵਾਲਾਂ ਵੱਲ ਵਧੀਏ। ਦੇਖੋ, ਇਹ ਵਿਵਾਦ ਤਾਂ ਬਹੁਤ ਮੰਦਭਾਗਾ ਹੈ। ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਇਲਜ਼ਾਮਬਾਜ਼ੀਆਂ ਚੱਲ ਰਹੀਆਂ ਨੇ, ਜੋ ਸਥਿਤੀਆਂ ਬਣੀਆਂ ਹੋਈਆਂ ਨੇ, ਸੱਚਮੁੱਚ ਬੜੀ ਨਿਰਾਸ਼ਾ ਦਾ ਮਾਹੌਲ ਹੈ। ਔਰ ਪੰਜਾਬ ਦੇ ਲੋਕ, ਅਸੀਂ ਸਾਰੇ ਹੁਣ ਇਹ ਮਹਿਸੂਸ ਕਰਦੇ ਹਾਂ ਕਿ ਕਿਉਂ ਨਹੀਂ ਡਿਵੈਲਪਮੈਂਟ ਪੰਜਾਬ 'ਚ ਹੋ ਰਹੀ। ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਸਰਕਾਰ ਕੋਲੇ ਕੋਈ ਵਿਜ਼ਨ ਨਹੀਂ ਹੈ, ਕੋਈ ਸਰਕਾਰ ਕੋਲੇ ਤੈਅ ਪ੍ਰੋਗਰਾਮ ਨਹੀਂ ਹੈ। ਠੀਕ ਹੈ, ਕੋਵਿਡ ਦੇ ਮਾਮਲੇ 'ਚ ਸਥਿਤੀ ਚੰਗੀ ਰਹੀ ਸਰਕਾਰ ਦੀ ਲੜਾਈ ਦੀ। ਕੋਵਿਡ ਤੋਂ ਇਲਾਵਾ ਹੋਰ ਕੀ ਕੀਤਾ ਸਰਕਾਰ ਨੇ ਨਜਿੱਠਣ ਤੋਂ ਇਲਾਵਾ? ਤੁਸੀਂ ਦੇਖੋ ਨਾ, ਕੋਈ ਡਿਵੈਲਪਮੈਂਟ ਦਾ ਏਜੰਡਾ ਸਰਕਾਰ ਦਾ ਕਲੀਅਰ ਨਹੀਂ ਹੈ। ਸਮੁੱਚੀ ਕਰਜ਼ਾ ਮਾਫੀ ਨਹੀਂ ਹੋਈ, ਸਾਰੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਹੋਈਆਂ। ਸੋ ਗੱਲ ਸਿਰਫ ਵਾਅਦਿਆਂ ਦੇ ਵਿੱਚ ਹੀ ਰਹਿ ਗਈ। ਔਰ ਹੁਣ ਸਥਿਤੀਆਂ ਇਹ ਨੇ ਕਿ ਸਰਕਾਰ ਆਪਸ 'ਚ ਲੜਦੀ ਦਿਖਦੀ ਹੈ। ਕੈਪਟਨ ਅਮਰਿੰਦਰ ਨੇ ਆਪ ਸੱਦੇ ਦਿੱਤੇ ਆ ਨਵਜੋਤ ਸਿੰਘ ਸਿੱਧੂ ਨੂੰ ਲੰਚ ਦੇ ਤੇ ਚਾਹ ਦੇ। ਅਸੀਂ ਥੋੜ੍ਹੀ ਕਹਿ ਰਹੇ ਹਾਂ, ਤੁਸੀਂ ਦੱਸੋ ਗਗਨ, ਲੰਚ ਦਾ ਸੱਦਾ ਸਿੱਧੂ ਨੂੰ ਮਾਰਨ ਦੀ ਕੀ ਲੋੜ ਪੈ ਗਈ ਕੈਪਟਨ ਅਮਰਿੰਦਰ ਨੂੰ? ਜਦੋਂ ਮੰਤਰੀ ਮੰਡਲ ਦਾ ਉਹਦਾ ਬਦਲਤਾ, ਮੰਤਰਾਲਾ ਬਦਲਤਾ, ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਤੇ ਕੈਪਟਨ ਨੂੰ ਕੀ ਮਜਬੂਰੀ ਸੀ ਕਿ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਲੰਚ ਤੇ ਸੱਦਾ ਤੇ ਚਾਹ ਤੇ ਸੱਦਾ? ਤੇ ਫਿਰ ਕੈਪਟਨ ਅਮਰਿੰਦਰ ਕਹਿ ਰਹੇ ਨੇ ਕਿ ਮੇਰੀ ਕੈਬਨਿਟ ਚਾਹੁੰਦੀ ਹੈ, ਮੇਰੇ ਸਾਥੀ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸਾਡੀ ਟੀਮ 'ਚ ਕੰਮ ਕਰਨ। ਅਸਲ 'ਚ ਕੀ ਹੈ, ਕੈਪਟਨ ਅਮਰਿੰਦਰ ਕੋਲੇ ਵੀ ਗੁਪਤ ਰਿਪੋਰਟਾਂ ਪਹੁੰਚ ਚੁੱਕੀਆਂ ਨੇ। ਸਰਕਾਰ ਨੂੰ ਆਪਣੀ ਪੋਜੀਸ਼ਨ ਦਾ, ਹੈਸੀਅਤ ਦਾ ਗਗਨ ਪਤਾ ਲੱਗ ਜਾਂਦਾ। ਸਰਕਾਰ ਕੋਲੇ ਜਦੋਂ ਸਾਰੇ ਲੀਡਰਾਂ ਦਾ ਰਿਕਾਰਡ ਹੈ, ਸਰਕਾਰ ਕੋਲੇ ਆਪਣਾ ਵੀ ਰਿਕਾਰਡ ਹੁੰਦਾ ਕਿ ਜ਼ਮੀਨ 'ਚ ਅਸੀਂ ਕਿੱਥੇ ਖੜੇ ਹਾਂ। ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਆ ਗਿਆ, ਉਸ ਤੋਂ ਪਹਿਲਾਂ ਹੀ ਸਰਵੇਖਣ ਕਰਾ ਲਏ ਹੋਣੇ ਵੀ ਤੁਹਾਡੀ ਸਰਕਾਰ ਨਹੀਂ ਬਣਦੀ ਜੇ ਨਵਜੋਤ ਸਿੰਘ ਸਿੱਧੂ ਨਹੀਂ ਆਉਂਦਾ ਤਾਂ। ਇਸ ਕਰਕੇ ਲੰਚ ਦੇ ਸੱਦੇ ਲੱਗੇ, ਨਵਜੋਤ ਸਿੰਘ ਸਿੱਧੂ ਨੂੰ ਚਾਹ ਤੇ ਸੱਦਿਆ। ਗੱਲ ਵਿਗੜੀ ਕਿੱਥੋਂ ਹੈ? ਗੱਲ ਵਿਗੜੀ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸੱਦਾ ਦੇਤਾ ਚਾਹ ਦਾ, ਤੇ ਨਵਜੋਤ ਸਿੰਘ ਸਿੱਧੂ ਨੇ ਨਈ ਮੰਤਰੀ ਦਾ ਅਹੁਦਾ ਸਵੀਕਾਰ ਕੀਤਾ। ਉਹਨੂੰ ਲੱਗਦਾ ਸੀ ਕਿ ਮੈਂ ਜੇ ਪ੍ਰਧਾਨ ਰਹੂੰਗਾ ਤੇ ਮੇਰੇ ਲਈ ਚੰਗੀ ਗੱਲ ਹੈ। ਤੇ ਪ੍ਰਧਾਨਗੀ ਲਈ ਕੈਪਟਨ ਅਮਰਿੰਦਰ ਕਹਿੰਦੇ ਸੂਤਰਾਂ ਮੁਤਾਬਕ ਅੜੇ ਰਹੇ। ਹਰੀਸ਼ ਰਾਵਤ ਵੀ ਚਾਹੁੰਦਾ ਸੀ ਵੀ ਕੈਪਟਨ ਅਮਰਿੰਦਰ ਜਾਂ ਤਾਂ ਡਿਪਟੀ ਮੁੱਖ ਮੰਤਰੀ ਬਣਾਉਣ ਨਵਜੋਤ ਸਿੰਘ ਸਿੱਧੂ ਨੂੰ, ਜਾਂ ਪ੍ਰਧਾਨ ਦੇ ਤੌਰ ਦੇ ਉੱਤੇ ਮਨਜ਼ੂਰੀ ਮਿਲ ਜੇ। ਇਹ ਸੂਤਰ ਦੱਸਦੇ ਨੇ ਕਾਂਗਰਸ ਦੇ। ਹੁਣ ਜਦੋਂ ਕੈਪਟਨ ਇਹਨਾਂ ਦੋਨਾਂ ਸਥਿਤੀਆਂ ਤੇ ਨਹੀਂ ਮੰਨੇ, ਤੇ ਕੈਪਟਨ ਅਮਰਿੰਦਰ ਨਵਜੋਤ ਸਿੰਘ ਸਿੱਧੂ ਨੂੰ 8 ਮਹੀਨੇ ਪਹਿਲਾਂ ਅਗਰ ਚਾਹਣਗੇ ਨਵਜੋਤ ਸਿੰਘ ਸਿੱਧੂ ਮੰਤਰੀ ਆ ਜਾਏ, ਤੇ ਸਿੱਧੂ ਮੰਤਰੀ ਕਿਉਂ ਬਣੇ, ਉਹ ਵੀ ਗੱਲ ਹੈ। ਤੇ ਸਿੱਧੂ ਮੰਤਰੀ ਬਣਿਆ ਨਹੀਂ, ਤੇ ਕੈਪਟਨ ਸਾਹਿਬ ਨੂੰ ਚੜ੍ਹ ਗਿਆ ਗੁੱਸਾ। ਕੈਪਟਨ ਸਾਹਿਬ ਕਹਿੰਦੇ ਕੇਜਰੀਵਾਲ ਨਾਲ ਮੀਟਿੰਗਾਂ ਕਰ ਰਿਹਾ ਨਵਜੋਤ ਸਿੰਘ ਸਿੱਧੂ। ਉੱਥੋਂ ਗੱਲ ਵਿਗੜ ਗਈ, ਨਵਜੋਤ ਸਿੰਘ ਸਿੱਧੂ ਵੀ ਸਿੱਧਾ ਹੋ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਜਿਹੜੀ ਮਿੱਟੀ ਦੇ ਨੇ, ਉਸੇ ਮਿੱਟੀ ਦਾ ਨਵਜੋਤ ਸਿੰਘ ਸਿੱਧੂ ਹੈ। ਦੋਵੇਂ ਕਾਂਗਰਸ ਦੇ ਵੱਡੇ ਖਿਡਾਰੀ ਨੇ, ਇੱਕ ਕੈਪਟਨ ਹੈ ਤੇ ਦੂਜਾ ਖਿਡਾਰੀ ਹੈ। ਘੱਟ ਤਾਂ ਕੋਈ ਵੀ ਨਹੀਂ ਸਿਆਸੀ ਤੌਰ ਤੇ ਤਕੜਾ। ਸੋ ਸਿੱਧੂ ਨੇ ਤਾਂ ਸਿੱਧਾ ਫਿਰ ਸਾਰੇ ਮਸਲੇ ਖੋਲ੍ਹ ਲਏ ਸਿੱਧੂ ਨੇ। ਗੱਲ ਇੱਥੋਂ ਵਿਗੜੀ। ਸਰਕਾਰ ਨੂੰ ਇਹ ਲੱਗਣ ਲੱਗ ਗਿਆ ਵੀ ਸਿੱਧੂ ਵੀ ਖੁੱਲ੍ਹ ਕੇ ਚੱਲ ਗਿਆ। ਉੱਧਰ ਰੰਧਾਵੇ ਦੀ ਮੀਟਿੰਗ ਹੋਈ ਸਿੱਧੂ ਨਾਲ, ਚਰਨਜੀਤ ਚੰਨੀ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਭਾਈਚਾਰੇ ਦੇ ਲੋਕਾਂ ਨੇ। ਕਿਉਂ? ਕਿਉਂਕਿ ਲੋਕਾਂ ਨੇ ਸਵਾਲ ਚੱਕਤੇ। ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਖਾਰਜ ਹੋ ਗਈ। ਇਸ ਸਿੱਟ ਦੀ ਆਸ ਤੇ ਗੱਲ ਟਿਕੀ ਹੋਈ ਸੀ। ਦੇਖੋ, ਜਦੋਂ ਦੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਆਈ ਹੈ, ਅਕਾਲੀ ਖੂੰਜੇ ਲਾਈ ਰੱਖੇ ਕਾਂਗਰਸੀਆਂ ਨੇ ਕਿ ਅਕਾਲੀ ਜ਼ਿੰਮੇਦਾਰ ਹੈ, ਅਕਾਲੀਆਂ ਕਰਕੇ ਸਾਰਾ ਕੁਝ ਵਾਪਰਿਆ। ਅਗਰ ਇਹ ਇਲਜ਼ਾਮ ਨੇ, ਮੈਂ ਇਹ ਮੰਨਦਾ ਗੱਲ ਨੂੰ ਕਿ ਅਕਾਲੀਆਂ ਦੀ ਸਰਕਾਰ ਫੇਲ ਹੋਈ ਹੈ, ਸੁਮੇਧ ਸਿੰਘ ਸੈਣੀ ਫੇਲ ਹੋਇਆ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਫੇਲ ਹੋਏ ਨੇ। ਅਗਰ ਘਟਨਾ ਵਾਪਰੀ ਸੀ ਤੇ ਇਨਸਾਫ ਦਿੰਦੇ। ਆ ਦੇਖੋ, 2 ਥਾਣੇਦਾਰਾਂ ਨੂੰ ਇੱਥੇ ਸ਼ਹੀਦ ਕਰਤਾ ਜਗਰਾਉਂ 'ਚ। ਹਾਂਜੀ ਗਗਨ, ਪੁਲਿਸ ਪਹੁੰਚ ਗਈ ਨਾ ਥਾਂ ਟਿਕਾਣੇ, 2 ਦਿਨ ਨਹੀਂ ਲੱਗੇ। ਤੇ ਉੱਥੇ ਕੀ ਸੀ? ਉੱਥੇ ਪੂਰੇ ਪੰਜਾਬ ਦੀਆਂ ਨਜ਼ਰਾਂ, ਪੂਰੇ ਪੰਜਾਬ ਦੀ ਪੁਲਿਸ, ਡੀਜੀਪੀ ਆਪ ਵਿੱਚ ਇਨਵੋਲਵ ਕਿ ਕਿਵੇਂ ਮਸਲਾ ਨਿਬੇੜਨਾ ਹੈ।
ਤੇ ਲੱਭ ਲੈਂਦਾ ਡੀਜੀਪੀ ਵੀ ਕਿਹੜੇ ਮੁਲਾਜ਼ਮਾਂ ਨੇ ਜਾਂ ਕਿਹਨੇ ਚਲਾਈ ਹੈ ਉੱਥੇ ਗੋਲੀ। ਨਾ ਸੁਖਬੀਰ ਹੈਂਡਲ ਕਰ ਸਕਿਆ, ਨਾ ਪ੍ਰਕਾਸ਼ ਸਿੰਘ ਬਾਦਲ, ਗੱਲ ਉੱਥੋਂ ਵਿਗੜੀ ਹੈ। ਔਰ ਹੁਣ ਇਹ ਇਨਸਾਫ ਦੀ ਮੰਗ ਸੀ, ਸਿੱਧੂ ਵੀ ਕਰ ਰਿਹਾ, ਚਰਨਜੀਤ ਚੰਨੀ ਵੀ ਕਰ ਰਿਹਾ, ਸੁਖਜਿੰਦਰ ਰੰਧਾਵਾ ਹੋਣੀ ਵੀ ਕਰ ਰਹੇ ਨੇ, ਪ੍ਰਗਟ ਸਿੰਘ ਵੀ ਕਰ ਰਹੇ ਨੇ, ਔਰ ਪੰਜਾਬ ਦਾ ਬੱਚਾ ਕਰ ਰਿਹਾ ਵੀ ਕਦੋਂ ਇਨਸਾਫ ਮਿਲੂਗਾ, ਕਿਉਂਕਿ ਤੁਸੀਂ ਵਾਅਦਾ ਕੀਤਾ ਸੀ। ਰਣਨੀਤਿਕ ਤੌਰ ਤੇ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਗਲਤੀ ਕਰ ਗਏ। ਕੈਪਟਨ ਅਮਰਿੰਦਰ ਗਲਤੀ ਇਹ ਕਰ ਗਏ ਕਿ ਜਦੋਂ ਸਿੱਧੂ ਨੇ ਲੋਕ ਸਭਾ ਦੀ ਸੀਟਾਂ ਦੀ ਹਾਰ ਹੋਈ, ਜਦੋਂ ਸਿੱਧੂ ਨੇ ਬਿਆਨ ਦਿੱਤੇ, ਕੈਪਟਨ ਅਮਰਿੰਦਰ ਨੂੰ ਡਿਪਲੋਮੈਟਿਕ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ ਸੀ। ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਨਹੀਂ ਸੀ ਬਦਲਣਾ ਚਾਹੀਦਾ। ਉਦੋਂ ਕੈਪਟਨ ਅਮਰਿੰਦਰ ਵੀ ਕਹਿੰਦੇ ਸੀ ਵੀ ਸ਼ਹਿਰੀ ਹਲਕੇ ਹਾਰੇ ਆ, ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਦੀ ਪਰਫਾਰਮੈਂਸ ਚੰਗੀ ਨਹੀਂ ਰਹੀ। ਉਹ 2 ਸਾਲ ਪਿਛਲੀ ਗੱਲ ਹੈ ਨਾ, ਜਿਹੜੀ 2019 ਵਾਲੀ ਗਗਨ, ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣ ਗਈ ਤੇ ਪੰਜਾਬ 'ਚ ਕਾਂਗਰਸ ਜਿੱਤ ਨਹੀਂ ਸਕੀ ਉਨੀਆਂ ਸੀਟਾਂ, ਉਹ ਗਲਤੀ ਸੀ ਕੈਪਟਨ ਅਮਰਿੰਦਰ ਦੀ। ਤੇ ਫਿਰ ਸਿੱਧੂ ਅਗਰ 2 ਸਾਲ, 1.5-2 ਸਾਲ ਆਪਣੇ ਘਰੋਂ ਸਰਗਰਮ ਰਿਹਾ ਤੇ ਉਦੋਂ ਕਾਂਗਰਸੀਆਂ ਨੂੰ ਇਹ ਲੱਗਦਾ ਸੀ ਵੀ ਸਿੱਧੂ ਤਾਂ ਘਰੇ ਹੀ ਬੈਠਾ ਨਾ। ਸਿੱਧੂ ਪਿੱਛੇ ਬਾਬੇ ਦਾ ਵੀ ਹੱਥ ਹੈ, ਦੇਖੋ ਆ ਲਾਂਘਾ ਖਿਲਾਤਾ, ਘਰੇ ਬੈਠੇ ਨੇ, ਬਾਬੇ ਨੇ ਆਸ਼ੀਰਵਾਦ ਦਿੱਤਾ। ਸੋ ਬਾਬੇ ਦਾ ਲਾਂਘਾ ਖੁੱਲਣਾ ਵੀ ਇੱਕ ਵੱਡੀ ਗੱਲ ਹੈ। ਸੋ ਸਿੱਧੂ ਘਰ ਭਾਵੇਂ ਬੈਠਾ ਸੀ, ਸੋਸ਼ਲ ਮੀਡੀਆ, ਸਿੱਧੂ ਇੱਕ ਟਵੀਟ ਕਰਦਾ, ਮੈਨੂੰ ਦੱਸੋ ਕਿਹੜਾ ਮੰਤਰੀ ਹੈ ਪੰਜਾਬ ਦਾ ਜਿਹਦੇ ਇੱਕ ਟਵੀਟ ਨਾਲ ਐਡੀ ਹਲਚਲ ਮਚਦੀ ਹੈ ਮੀਡੀਆ 'ਚ, ਤੇ ਲੋਕਾਂ ਤੱਕ ਗੱਲ ਕਿਹਨੇ ਲੈ ਕੇ ਜਾਣੀ? ਮੀਡੀਆ ਨੇ। ਆ ਸਰਕਾਰ ਲਾਉਂਦੀ ਹੈ ਨਾ ਇਸ਼ਤਿਹਾਰ, ਆਪਣੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਕਿੱਡੇ ਇਸ਼ਤਿਹਾਰ ਲਾਉਂਦੀ, ਅਖਬਾਰਾਂ ਨੂੰ, ਚੈਨਲਾਂ ਨੂੰ, ਮੈਂ ਕਹਿੰਦਾ ਭਰੇ ਪਏ ਹੁੰਦੇ ਅਖਬਾਰ ਚੈਨਲ। ਤੇ ਸਿੱਧੂ ਇੱਕ ਟਵੀਟ ਕਰਦਾ, ਸਰਕਾਰ ਦਾ ਖਰਚਾ ਇੱਕ ਪਾਸੇ, ਸਿੱਧੂ ਦਾ ਕੀ ਖਰਚਾ? ਮੈਨੂੰ ਲੱਗਦਾ ਇੰਟਰਨੈਟ ਦਾ ਖਰਚਾ ਹੀ ਆ ਮਹੀਨੇ ਦਾ। ਇੱਕ ਟਵੀਟ ਕਰਦਾ ਸਿੱਧੂ, ਲੈ ਸਰਕਾਰ ਦੇ ਸਾਰੇ ਪ੍ਰਚਾਰ ਸਮੱਗਰੀ ਦੇ ਬਰਾਬਰ ਸਿੱਧੂ ਦਾ ਇੱਕ ਟਵੀਟ ਖੜ ਗਿਆ। ਉਹਦਾ ਕਾਰਨ ਕੀ ਹੈ? ਕਿ ਬਾਬਾ ਜੀ ਦਾ ਆਸ਼ੀਰਵਾਦ ਹੈ ਜਾਂ ਉਹਦਾ ਸਟੈਂਡ ਹੈ? ਮੈਂ ਉਹੀ ਕਹਿੰਦਾ, ਅਗਰ ਕੈਪਟਨ ਅਮਰਿੰਦਰ ਨੇ ਉਸ ਵਕਤ ਤਕਨੀਕੀ ਜਾਂ ਸਿਆਸੀ ਗਲਤੀ ਨਾ ਕੀਤੀ ਹੁੰਦੀ, ਅੱਜ ਸਥਿਤੀ ਇਹ ਨਹੀਂ ਸੀ ਹੋਣੀ। ਔਰ ਦੂਜੀ ਗਲਤੀ ਇਹ ਕਰ ਗਏ, ਕਹਿੰਦੇ ਕੇਜਰੀਵਾਲ ਨਾਲ ਮੀਟਿੰਗਾਂ ਕਰੀ ਜਾਂਦਾ ਸਿੱਧੂ। ਜਾਂ ਤਾਂ ਕੈਪਟਨ ਅਮਰਿੰਦਰ ਕੋਈ ਸਬੂਤ ਦੇ ਦਿੰਦੇ, ਕੋਈ ਵੀਡੀਓ, ਜਿਹੜਾ ਜਸੂਸ ਸੀ ਜਿਹਨੇ ਦੱਸਿਆ ਕੈਪਟਨ ਅਮਰਿੰਦਰ ਨੂੰ, ਕੋਈ ਵੀਡੀਓ ਕੱਢ ਲਿਆਉਂਦੇ ਕੈਪਟਨ ਅਮਰਿੰਦਰ, ਸਿੱਧੂ ਖਤਮ ਹੋ ਜਾਣਾ ਸੀ। ਨਹੀਂ ਕੋਈ ਇਹੋ ਜਿਹਾ ਸਬੂਤ ਆਇਆ। ਹੁਣ ਗੱਲ ਇਹ ਹੈ ਕਿ ਉਹ ਸਾਰੀਆਂ ਸਥਿਤੀਆਂ ਨੇ ਉਹ ਸਥਿਤੀ ਬਣਾਤੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਸਾਰੇ ਪਾਸਿਓਂ ਸਵਾਲ ਸ਼ੁਰੂ ਹੋਣ ਲੱਗੇ। ਇਹੀ ਨਹੀਂ ਸਰਕਾਰ ਨੂੰ ਭਰੋਸਾ ਵੀ ਕਿਹੜਾ ਮੰਤਰੀ ਸਾਡੇ ਨਾਲ ਹੈ, ਕਿਹੜਾ ਐਮਐਲਏ ਸਾਡੇ ਨਾਲ ਹੈ। 6 ਮੰਤਰੀਆਂ ਦੇ ਬਿਆਨ ਆਏ, ਉਹ ਸਿੱਧੂ ਨੂੰ ਕਹੀ ਜਾਂਦੇ ਨੇ ਅਨੁਸ਼ਾਸਨ ਭੰਗ ਕੀਤਾ, ਇਹਦੇ ਤੇ ਕਾਰਵਾਈ ਕਰੋ। ਲੈ ਹੁਣ ਪ੍ਰਗਟ ਸਿੰਘ ਤੇ ਕੀ ਕਹੋਗੇ ਤੁਸੀਂ? ਪ੍ਰਗਟ ਸਿੰਘ ਬਾਰੇ ਕੀ ਕਹਿਣਗੇ? ਹੁਣ ਆ ਚਰਨਜੀਤ ਚੰਨੀ ਉਹਨਾਂ ਦਾ ਮਾਮਲਾ ਵੀ ਨਿਕਲਿਆ, ਹੁਣ ਉਹ ਮੰਤਰੀ ਕੀ ਕਹਿਣਗੇ? ਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨੇ ਤਰੁਣ ਚੁੱਗ, ਉਹ ਕਹਿੰਦੇ ਸਾਰਿਆਂ ਦਾ ਹੀ, ਪੰਜਾਬ ਦੇ ਸਾਰੇ ਮੰਤਰੀਆਂ ਦੀ ਕਹਿੰਦੇ ਵਿਜੀਲੈਂਸ ਤੋਂ ਜਾਂਚ ਕਰਾਓ। ਹਾਂ, ਪ੍ਰਗਟ ਨੇ ਵੀ ਕਿਹਾ, ਸਿੱਧੂ ਨੇ ਵੀ ਕਿਹਾ, ਹੁਣ ਆ ਬਿੱਟੂ ਨੂੰ ਵੀ ਜੋੜ ਲਓ ਵਿੱਚ। ਬਿੱਟੂ ਵੀ ਕਹਿੰਦਾ ਸੀ ਅਗਰ ਗ੍ਰਹਿ ਮੰਤਰਾਲਾ ਨਹੀਂ ਚੱਲਦਾ ਤੇ ਬਦਲ ਲਓ। ਬਿੱਟੂ ਦਾ ਨਹੀਂ ਪਤਾ ਉਹਨੂੰ ਕੋਈ ਫੋਨ ਆਇਆ ਕਿ ਨਹੀਂ, ਦੱਸ ਦੇਣਾ ਸੀ ਬਿੱਟੂ ਨੂੰ ਫੋਨ ਆਇਆ ਹੁੰਦਾ ਕੋਈ। ਸੋ ਪ੍ਰਤਾਪ ਬਾਜਵਾ ਦੇਖ ਲਓ, ਸ਼ਮਸ਼ੇਰ ਦੂਲੋਂ ਦੇਖ ਲਓ, ਜਿੰਨੇ ਵੱਡੇ ਕੱਦ ਦੇ ਲੀਡਰ ਨੇ ਕਾਂਗਰਸ ਦੇ, ਜਿਹੜੇ ਕਿਸੇ ਸਮੇਂ ਜਾਂ ਪ੍ਰਧਾਨ ਰਹੇ ਨੇ ਜਾਂ ਦਾਅਵੇਦਾਰ ਨੇ। ਰਵਨੀਤ ਬਿੱਟੂ ਦਾ ਵੀ ਕੱਦ ਵੱਡਾ, 3 ਵਾਰ ਦਾ ਐਮਪੀ ਹੈ, ਹੁਣ ਪਾਰਟੀ ਦਾ ਲੋਕ ਸਭਾ ਦੇ ਵਿੱਚ ਪਾਰਟੀ ਦਾ ਆਗੂ ਹੈ, ਮੈਂਬਰ ਪਾਰਲੀਮੈਂਟਾਂ ਦਾ। ਪਾਰਲੀਮੈਂਟ 'ਚ ਤਾਂ ਰਾਹੁਲ ਗਾਂਧੀ ਵੀ ਬਿੱਟੂ ਦੇ ਅੰਡਰ ਹੈ ਗਗਨ। ਪਾਰਲੀਮੈਂਟ ਦੇ ਵਿੱਚ ਕਾਇਦੇ ਨਾਲ ਰਾਹੁਲ ਗਾਂਧੀ ਵੀ ਬਤੌਰ ਐਮਪੀ ਰਵਨੀਤ ਬਿੱਟੂ ਦੇ ਹੇਠ ਹੈ। ਅਗਰ ਕੋਈ ਸਟੈਂਡ ਲੈ ਜੇ, ਰਵਨੀਤ ਬਿੱਟੂ ਫੈਸਲਾ ਲੈ ਜੇ, ਰਾਹੁਲ ਗਾਂਧੀ ਨੂੰ ਮੰਨਣਾ ਪਊ, ਕਿਉਂਕਿ ਉਹ ਪਾਰਲੀਮੈਂਟ 'ਚ ਲੀਡਰ ਹੈ। ਸੋ ਇਹ ਸਥਿਤੀਆਂ ਜਿਹੜੀਆਂ ਨੇ, ਇਹ ਕਿਤੇ ਨਾ ਕਿਤੇ ਗਲਤੀਆਂ ਸਰਕਾਰ ਕਰ ਗਈ ਤੇ ਸਰਕਾਰ ਇਹਨਾਂ ਚੀਜ਼ਾਂ ਨੂੰ ਸਾਂਭ ਨਹੀਂ ਸਕੀ। ਔਰ ਗੱਲ ਇੱਥੇ ਪਹੁੰਚ ਗਈ ਕਿ ਪ੍ਰਗਟ ਸਿੰਘ ਨੂੰ ਬੋਲਣਾ ਪਿਆ ਕਿ ਵੀਰਵਾਰ ਨੂੰ ਮੈਨੂੰ ਫੋਨ ਆਇਆ ਤੇ ਪ੍ਰਗਟ ਸਿੰਘ ਸੋਮਵਾਰ ਨੂੰ ਸਵੇਰੇ ਖੁਲਾਸਾ ਕਰਦਾ। ਸੋ ਵੀਰਵਾਰ ਨੂੰ ਪ੍ਰਗਟ ਸਿੰਘ ਨੂੰ ਫੋਨ ਆਇਆ, ਸਾਰੀ ਰਾਤ ਪ੍ਰਗਟ ਸਿੰਘ ਕਹਿੰਦੇ ਮਾਨਸਿਕ ਤਣਾਅ 'ਚ ਰਿਹਾ ਵੀ ਆਹ ਕੀ ਹੋ ਗਿਆ। ਫਿਰ ਸ਼ੁੱਕਰ, ਸ਼ਨੀ, ਐਤ 3 ਦਿਨ ਸਲਾਹ ਮਸ਼ਵਰੇ ਹੋਏ। ਸਿੱਧੂ ਨੂੰ ਵੀ ਮਿਲਿਆ ਪ੍ਰਗਟ ਸਿੰਘ, ਟੈਲੀਫੋਨ ਤੇ ਗੱਲਾਂ ਹੋਈਆਂ। ਦਿੱਲੀ ਤੱਕ ਪ੍ਰਗਟ ਸਿੰਘ ਨੇ ਪਤਾ ਲੱਗਿਆ ਕਿ ਇਹ ਗੱਲ ਪਹੁੰਚਾਈ ਸਾਰੀ। ਉਸ ਤੋਂ ਬਾਅਦ ਨਹੀਂ ਚੈਨ ਆ ਰਿਹਾ ਹੋਣਾ, ਪ੍ਰਗਟ ਸਿੰਘ ਨੇ ਪ੍ਰੈਸ ਕਾਨਫਰੰਸ ਕਰਤੀ। ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕਰਦੇ ਹੋ, ਸੁਨੀਲ ਜਾਖੜ ਦਾ ਬਿਆਨ ਆ ਗਿਆ। ਸੁਨੀਲ ਜਾਖੜ ਨੇ ਕਿਹਾ ਕਿ ਸੰਦੀਪ ਸੰਧੂ ਕਹਿ ਰਹੇ ਨੇ ਕਿ ਮੈਂ ਕੋਈ ਫੋਨ ਨਹੀਂ ਕੀਤਾ, ਪਰ ਇਹ ਤਾਂ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ। ਸੰਦੀਪ ਸੰਧੂ ਹੋਣਾ ਦੇ ਟੈਲੀਫੋਨ ਵੀ ਚੈੱਕ ਕਰ ਲਓ, ਪ੍ਰਗਟ ਸਿੰਘ ਹੋਣਾ ਦੇ ਵੀ ਚੈੱਕ ਕਰ ਲਓ। ਇਹ ਤਾਂ ਹੁਣ ਸਾਇੰਟੀਫਿਕ ਇਨਵੈਸਟੀਗੇਸ਼ਨ ਕਰਨੀ ਪੈਣੀ ਹੈ ਨਾ। ਹੁਣ ਜਾਂ ਤਾਂ ਕੈਪਟਨ ਅਮਰਿੰਦਰ ਇਹਦੇ ਤੇ ਜਾਂਚ ਦੇ ਹੁਕਮ ਦੇ ਦੇਣ ਵੀ ਜਾਂਚ ਕੀਤੀ ਜਾਵੇ, ਫੋਨ ਗਿਆ ਸੀ ਜਾਂ ਨਹੀਂ ਗਿਆ ਸੀ। ਹੁਣ ਉਹ ਵੀ ਐਮਐਲਏ ਹੈ,
ਸੁਨੀਲ ਜਾਖੜ ਬਤੌਰ ਪ੍ਰਧਾਨ ਕਹਿ ਰਹੇ ਨੇ ਮੈਟਰ ਆਫ ਇਨਵੈਸਟੀਗੇਸ਼ਨ ਤਾਂ ਹੈ, ਪਰ ਸੁਨੀਲ ਜਾਖੜ ਬਤੌਰ ਪ੍ਰਧਾਨ ਇਸ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਸੀ। ਟੱਲਾ ਸਾਹਿਬ, ਇੱਕ ਬੜਾ ਅਹਿਮ ਸਵਾਲ ਹੈ ਇਸ ਦੇ ਵਿੱਚ ਉੱਠਦਾ, ਜੋ ਬਿਆਨ ਜਿਸ ਤਰ੍ਹਾਂ ਦਾ ਸੁਨੀਲ ਜਾਖੜ ਨੇ ਤਾਂ ਉਹ ਕਹਿੰਦੇ ਕਿ ਜਿਹੜੇ ਵਿਧਾਇਕ ਪਾਰਟੀ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਉੱਤੇ ਜਲਦ ਕਾਰਵਾਈ ਕਰਾਂਗੇ। ਹੁਣ ਨਹੀਂ, ਉਹ ਕਰਨੀ ਚਾਹੀਦੀ ਹੈ। ਦੇਖੋ, ਮੈਂ ਉਹੀ ਗੱਲ ਕਹਿਣਾ, ਜਿਹੜੀ ਗੱਲ ਸੁਨੀਲ ਜਾਖੜ ਸਾਹਿਬ ਅੱਜ ਕਹਿ ਰਹੇ ਨੇ, ਸੁਨੀਲ ਜਾਖੜ ਪ੍ਰਧਾਨ ਨੇ। ਆ ਸੁਨੀਲ ਜਾਖੜ ਦੀ ਵੀ ਕੱਲ ਮੈਂ ਅਖਬਾਰ 'ਚ ਖਬਰ ਪੜ੍ਹ ਰਿਹਾ ਸੀ, ਕਹਿੰਦੇ ਉਹ WhatsApp ਤੇ ਫੋਟੋ ਲੱਗਦੀ ਹੁੰਦੀ ਹੈ ਨਾ, DP ਕਹਿੰਦੇ ਖਰੇ ਉਹਨੂੰ, ਕਹਿੰਦੇ ਉਹ ਕੈਪਟਨ 2022 ਲਾਈ ਹੋਈ ਸੀ ਉਹਨਾਂ ਨੇ, ਉਹ ਕਹਿੰਦੇ ਬਦਲਤੀ, ਹੋ ਸਕਦਾ ਦੁਬਾਰਾ ਮੋੜ ਕੇ ਲਾ ਲਈ ਹੋਵੇ। ਸੋ ਜਾਖੜ ਸਾਹਿਬ ਨੂੰ ਵੀ ਅੱਗੇ ਹੋ ਕੇ ਅਗਵਾਈ ਕਰਨੀ ਚਾਹੀਦੀ ਸੀ। ਉਹ ਕਾਂਗਰਸ ਦੇ ਪ੍ਰਧਾਨ ਨੇ, ਕਾਂਗਰਸ ਦੀ ਪੰਜਾਬ 'ਚ ਸਰਕਾਰ ਹੈ। ਸੁਨੀਲ ਜਾਖੜ ਨਜ਼ਰ ਆਉਣੇ ਚਾਹੀਦੇ ਸੀ ਵੀ ਉਹ ਪ੍ਰਧਾਨ ਨੇ। ਪਾਰਟੀ ਦੇ ਕਿਸੇ MLA ਕਿਸੇ ਮੰਤਰੀ ਨੂੰ ਕੋਈ ਦੁੱਖ ਸੀ, ਕੋਈ ਗਿਲਾ ਸੀ, ਸੁਨੀਲ ਜਾਖੜ ਨਾਲ ਖੜਦੇ। ਜਦੋਂ ਸਿੱਧੂ ਦਾ ਮੰਤਰਾਲਾ ਬਦਲਿਆ ਗਿਆ ਸੀ ਉਦੋਂ ਵੀ ਸਿੱਧੂ ਦੇ ਨਾਲ ਖੜਨਾ ਚਾਹੀਦਾ ਸੀ ਸੁਨੀਲ ਜਾਖੜ ਉਹਨਾਂ ਨੂੰ। ਜਾਖੜ ਦੇ ਹਲਕੇ 'ਚ ਸਿੱਧੂ ਪ੍ਰਚਾਰ ਕਰਦਾ ਰਿਹਾ ਜਦੋਂ ਪ੍ਰਿੰਕਾ ਗਾਂਧੀ ਆਈ। ਜਾਖੜ ਸਾਹਿਬ ਹਾਰ ਗਏ ਸਨੀ ਦਿਓਲ ਤੋਂ, ਸਿੱਧੂ ਵੀ ਪ੍ਰਚਾਰ ਕਰਕੇ ਗਿਆ ਉੱਥੇ। ਮੈਂ ਉਹੀ ਗੱਲ ਕਹਿਣਾ ਹੁੰਦਾ ਕਿ ਜਿਹੜੇ ਸਾਡੇ ਸਿਆਸੀ ਲੋਕ ਨੇ ਨਾ ਗਗਨ, ਭਾਵੇਂ ਜਾਖੜ ਸਾਹਿਬ ਨੇ ਜਾਂ ਹੋਰ ਨੇ, ਹਰ ਵਕਤ ਇਹਨਾਂ ਨੂੰ ਮਿਹਨਤ ਕਰਨ ਦੀ ਲੋੜ ਹੈ। ਹਰ ਵਕਤ ਸੁਨੀਲ ਜਾਖੜ ਨੂੰ ਬਤੌਰ ਪ੍ਰਧਾਨ ਹਰ ਮਸਲੇ 'ਚ ਅੱਗੇ ਹੋਣਾ ਚਾਹੀਦਾ ਸੀ। ਪ੍ਰਗਟ ਸਿੰਘ, ਸੁਨੀਲ ਜਾਖੜ ਨੇ ਉਹ ਕੱਦ ਸਿਆਸੀ ਤੌਰ ਤੇ ਬਣਾਇਆ ਹੋਣਾ ਚਾਹੀਦਾ ਸੀ ਕਿ ਅੱਜ ਪ੍ਰਗਟ ਸਿੰਘ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਸੁਨੀਲ ਜਾਖੜ ਦੀ ਕੋਠੀ ਜਾਂਦੇ ਵੀ ਪ੍ਰਧਾਨ ਸਾਹਿਬ ਮੇਰੇ ਨਾਲ ਆਹ ਕੁਝ ਹੋ ਰਿਹਾ। ਅਗਰ ਨਹੀਂ ਹੋ ਰਿਹਾ ਤਾਂ ਵੀ ਸੁਨੀਲ ਜਾਖੜ ਇਨਵੈਸਟੀਗੇਟ ਕਰਦੇ ਵੀ ਪ੍ਰਗਟ ਸਿੰਘ ਜੀ ਝੂਠ ਕਹਿ ਰਹੇ ਹੋ। ਦੇਖੋ, ਸਿਆਸਤ 'ਚ ਸੱਚ ਝੂਠ ਦਾ ਫਰਕ ਤਾਂ ਪਤਾ ਕਰਨਾ ਪਊਗਾ ਨਾ। ਹੁਣ ਇਸ ਮਸਲੇ ਦੀ ਇਨਵੈਸਟੀਗੇਸ਼ਨ ਹੀ ਹੋ ਜੇ, ਫਿਰ ਹੁਣ ਕਾਂਗਰਸ ਕੋਲੇ ਰਾਹ ਕੀ ਬਚਦਾ? ਵਿਰੋਧੀਆਂ ਦੇ ਹਮਲੇ ਆ ਗਏ, ਦੇਖੋ ਅਕਾਲੀ ਦਲ ਦੇ ਆ ਗਏ, BJP ਦੇ ਆ ਗਏ, ਕਾਂਗਰਸ ਦੇ ਆ ਗਏ। ਉਹ ਕਹਿੰਦੇ ਤੁਸੀਂ ਆਪ ਹੀ ਅੰਦਰੋਂ ਇਕੱਠੇ ਨਹੀਂ, ਤੁਸੀਂ ਪੰਜਾਬ ਕੀ ਚਲਾਉਣਾ? ਵਿਰੋਧੀ ਤਾਂ ਇਹ ਕਹਿ ਰਹੇ ਨੇ ਗਗਨ। ਸੋ ਇਹ ਗੱਲਾਂ ਦੂਰ ਤੱਕ ਜਾਣਗੀਆਂ, ਜੋ ਕੁਝ ਵਾਪਰਿਆ ਹੈ ਇਹ ਗੱਲਾਂ ਬਹੁਤ ਦੂਰ ਤੱਕ ਜਾਣਗੀਆਂ ਗਗਨ, ਇਹ ਖਤਮ ਨਹੀਂ ਹੋਣੀਆਂ। ਇਹ ਕਾਂਗਰਸ ਦੇ ਵਿੱਚ ਅੰਦਰੂਨੀ ਜੰਗ ਛਿੜ ਗਈ, ਇਹ ਕਿਸ ਰੂਪ 'ਚ ਖਤਮ ਹੋਊਗੀ ਹਜੇ ਮੈਨੂੰ ਨਹੀਂ ਦਿਖ ਰਹੀ। ਤੇ ਟੱਲਾ ਸਾਹਿਬ, ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ, ਉਹਨਾਂ ਦਾ ਬਿਆਨ ਆਇਆ ਕਿ ਜੋ ਪ੍ਰਗਟ ਸਿੰਘ ਦੇ ਮਾਮਲੇ ਵਿੱਚ ਨਹੀਂ ਸੀ ਹੋਣਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਕੁਝ ਸਮਾਂ ਪਹਿਲਾਂ ਹੀ ਜਦੋਂ ਨਵਜੋਤ ਸਿੰਘ ਸਿੱਧੂ ਦੀਆਂ ਚਰਚਾਵਾਂ ਸੀ ਤਾਂ ਉਹਨਾਂ ਨੇ ਜਿਹੜੇ 4 ਮੰਤਰੀਆਂ ਦੀ ਲਿਸਟ ਆਈ ਸੀ ਕਿ ਇਹਨਾਂ ਨੇ ਹਾਈ ਕਮਾਨ ਨੂੰ ਚਿੱਠੀ ਲਿਖੀ ਹੈ ਕਿ ਅਨੁਸ਼ਾਸਨੀ ਕਾਰਵਾਈ ਸਿੱਧੂ ਤੇ ਹੋਣੀ ਚਾਹੀਦੀ ਹੈ ਕਿ ਉਹ ਲਗਾਤਾਰ ਪਾਰਟੀ ਦੇ ਖਿਲਾਫ ਬੋਲ ਰਹੇ ਨੇ। ਪਰ ਜੋ ਅੱਜ ਹੋਇਆ ਉਸ ਤੋਂ ਬਾਅਦ ਫਿਰ ਉਹ ਵੱਖਰੀ ਤਰ੍ਹਾਂ ਦਾ ਸਟੈਂਡ ਲੈ ਗਿਆ। ਸਟੈਂਡ ਨੂੰ ਕਿੱਦਾਂ ਵੇਖਦੇ? 2 ਦਿਨਾਂ 'ਚ ਸਟੈਂਡ ਬਦਲ ਜਾਂਦਾ। ਦੇਖੋ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਕਈ ਲੀਡਰ ਨੇ। ਦੇਖੋ, ਇਹਨਾਂ ਦੇ ਵੀ ਸਮੇਂ-ਸਮੇਂ ਤੇ ਇਲਜ਼ਾਮ ਲੱਗੇ ਨੇ। ਕੀ ਸਰਕਾਰ ਇਹਨਾਂ ਦੀ ਵੀ ਵਿਜੀਲੈਂਸ ਜਾਂਚ ਕਰਾਊ ਸਾਰਿਆਂ ਦੀ? ਉਦੋਂ ਤਾਂ ਸਿੱਧੂ ਨੇ ਕਿਹਾ ਨਹੀਂ ਵੀ ਇਹਨਾਂ ਤੇ ਅਨੁਸ਼ਾਸਨਹੀਨਤਾ ਦੀ ਕਾਰਵਾਈ ਕਰੋ ਜਾਂ ਇਹਨਾਂ ਦੀ ਵਿਜੀਲੈਂਸ ਜਾਂਚ ਕਰੋ। ਸੋ ਅਸਲ 'ਚ ਜਿਹੜੇ ਕਾਂਗਰਸ ਦੇ ਮੰਤਰੀ ਨੇ, ਕਾਂਗਰਸ 'ਚ ਟੀਮ ਭਾਵਨਾ ਹੈ ਨਹੀਂ ਗਗਨ। ਔਰ ਦੂਸਰਾ, ਕਾਂਗਰਸ 'ਚ ਇੱਕ ਹੋੜ ਮਚ ਗਈ ਕਈ ਲੋਕਾਂ 'ਚ। ਕਈ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਅਸੀਂ ਵੀ ਕੁਝ ਬਣ ਜਾਈਏ। ਕਾਂਗਰਸ ਦੇ ਮੰਤਰੀਆਂ ਨੂੰ ਇਹ ਬਿਆਨ ਉਸ ਵੇਲੇ ਦੇਣੇ ਚਾਹੀਦੇ ਸੀ ਜਦੋਂ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਿਆ ਗਿਆ ਸੀ। ਉਦੋਂ ਸਾਰੇ ਕਾਂਗਰਸ ਦੇ ਮੰਤਰੀ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਕੋਲੇ ਜਾਂਦੇ ਵੀ ਸਾਡੇ ਸਟਾਰ ਪ੍ਰਚਾਰਕ ਰਹੇ ਨੇ ਸਿੱਧੂ ਸਾਹਿਬ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਸਰਕਾਰ 'ਚ, ਵੀ ਕੈਪਟਨ ਸਾਹਿਬ ਨਵੇਂ ਸਿਰੇ ਤੋਂ ਮਸਲਾ ਵਿਚਾਰੋ। ਸੋ ਆਪਾਂ ਕਈ ਵਾਰੀ ਵਕਤ ਰਹਿੰਦੇ ਨਹੀਂ ਬੋਲਦੇ। ਠੀਕ ਹੈ, ਭਾਰਤ ਭੂਸ਼ਣ ਆਸ਼ੂ ਨੇ ਜਿਹੜੇ, ਉਹ ਤਾਂ ਕੈਪਟਨ ਸੰਦੀਪ ਸੰਧੂ ਉਹਨਾਂ ਨਾਲ ਵੀ ਉਹਨਾਂ ਦੀ ਚੰਗੀ ਨੇੜਤਾ ਹੈ, ਔਰ ਪ੍ਰਗਟ ਸਿੰਘ ਉਹਨਾਂ ਦੇ ਨਾਲ ਵੀ ਉਹ ਕੁਲੀਗ ਨੇ, ਉਹ ਵਿਧਾਇਕ ਨੇ, ਆਸ਼ੂ ਹੋਣੀ ਮੰਤਰੀ ਨੇ, MLA ਤਾਂ ਹੈਗੇ ਹੀ ਨੇ ਨਾ, ਵਿਧਾਨ ਸਭਾ ਦੇ ਕੁਲੀਗ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਤਕਨੀਕੀ ਗਲਤੀ ਕਰ ਗਈ। ਔਰ ਹਜੇ ਵੀ ਉਹ ਕਹਾਵਤ ਹੈ ਨਾ ਵੀ, ਪਰ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਨਾ। ਹੁਣ ਤਾਂ ਵਿਗੜਨ ਬਿਨਾਂ ਕੋਈ ਹੱਲ ਦਿਖਦਾ ਨਹੀਂ। ਹੁਣ ਤਾਂ ਹਾਈ ਕਮਾਂਡ ਦਾ ਦਖਲ ਤੁਰੰਤ ਚਾਹੀਦਾ। ਕਿਤੇ ਕੋਈ ਕਾਰਵਾਈਆਂ ਨਾ ਸ਼ੁਰੂ ਹੋ ਜਾਣ ਇੱਕ ਦੂਜੇ ਤੇ, ਇਹ ਸਾਡੇ ਮੰਤਰੀ ਵਿਧਾਇਕ ਇੱਕ ਦੂਜੇ ਤੇ ਕੋਈ ਕਾਰਵਾਈਆਂ ਨਾ ਸ਼ੁਰੂ ਕਰ ਦੇਣ, ਕੋਈ ਲਿਖਤੀ ਸ਼ਿਕਾਇਤਾਂ ਨਾ ਸ਼ੁਰੂ ਕਰ ਦੇਣ। ਇਹ ਵੀ ਸਥਿਤੀਆਂ ਬਣ ਸਕਦੀਆਂ ਨੇ ਸੂਬੇ 'ਚ। ਇਹ ਧਮਕੀਆਂ, ਕਿਉਂਕਿ ਅਸਲੀ ਗੱਲ ਹੈ ਕਿ ਪੋਲੀਟੀਕਲ ਸਿਸਟਮ 'ਚ ਮੈਂ ਤਾਂ ਇਹ ਦੇਖ ਰਿਹਾ ਵੀ ਪਾਰਟੀਆਂ ਦੀਆਂ ਪਾਰਟੀਆਂ ਰਲ ਜਾਂਦੀਆਂ ਆਪਸ ਵਿੱਚ, ਬਿਊਰੋਕਰੈਟਸ ਰਲ ਜਾਂਦੇ ਆ। ਜਿੱਦਣ ਬਿਊਰੋਕਰੈਟਸ ਆਪਣੀ ਜੌਬ ਦੇ ਵਿੱਚ ਆਉਂਦਾ ਨਾ, ਜੇ ਕਿਤੇ IPS ਭਰਤੀ ਹੋ ਕੇ, IPS ਭਰਤੀ ਹੋ ਕੇ, PPS PCS ਭਰਤੀ ਹੋ ਕੇ, ਤਾਂ ਉਹਨੂੰ ਸਹੁੰ ਖਿਲਾਈ ਜਾਂਦੀ ਆ ਵੀ ਬਿਨਾਂ ਕਿਸੇ ਪ੍ਰੈਸ਼ਰ ਤੋਂ, ਬਿਨਾਂ ਕਿਸੇ ਕਰੀਡ ਐਂਡ ਕਾਸਟ ਤੋਂ ਤੂੰ ਕਾਨੂੰਨ ਦੇ ਮੁਤਾਬਕ ਕੰਮ ਕਰਨਾ। ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ ਇਹਨਾਂ ਲੋਕਾਂ ਨੇ। ਜਦੋਂ ਇੰਸਟੀਟਿਊਸ਼ਨਸ ਬਰਬਾਦ ਕਰ ਦਿੱਤੇ, ਮੈਂ ਕਹਿੰਦਾ ਪੋਲੀਟੀਕਲ ਬੰਦਾ ਤਾਂ
ਆਪਾਂ ਨੂੰ ਸਾਰਿਆਂ ਨੂੰ ਗੱਲ ਸਮਝ ਆ ਗਈ। ਲੇਕਿਨ ਬਿਊਰੋਕਰੈਟ ਤਾਂ ਇੱਕ ਪੋਸਟਿੰਗ ਕਰਕੇ ਇਹਨਾਂ ਦੀਆਂ ਕਠਪੁਤਲੀਆਂ ਬਣ ਗਈਆਂ। ਮੈਂ ਨਹੀਂ ਕਹਿੰਦਾ ਇਮਾਨਦਾਰ ਹੈ ਨਹੀਂ, ਵਿੱਚ ਹੈਗੇ ਆ, ਲੇਕਿਨ ਵਰਤਦੇ ਉਹੋ ਜਿਹਾ ਨੂੰ ਆ ਜਿਹੜੇ ਕਿ ਇਹਨਾਂ ਦੇ ਵਿੱਚ ਵੀ ਬਲੈਕ ਸ਼ੀਪਸ ਆ। ਮੈਂ ਤਾਂ ਚੁੱਪ ਸੀ, ਮੈਂ ਕਿਹਾ ਛੱਡੋ, ਕਿਉਂਕਿ ਆਪਾਂ ਇਹਨਾਂ ਕੰਮਾਂ 'ਚੋਂ ਕੀ ਲੈਣਾ, ਆਪਣਾ ਰੋਲ ਪਲੇ ਕਰੀਏ। ਕਿਉਂਕਿ ਮੈਂ ਬੀਂਗ ਖਿਡਾਰੀ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜਦੋਂ ਟੀਮ ਚੰਗੀ ਹੋ ਜੂਗੀ ਤਾਂ ਹੌਲੀ ਹੌਲੀ ਉਹਦੇ ਰਿਜ਼ਲਟ ਚੰਗੇ ਹੋਣਗੇ, ਪਰ ਆਪਣੀ ਜ਼ਿੰਮੇਵਾਰੀ ਨਿਭਾਓ। ਲੇਕਿਨ ਜਦੋਂ ਮੇਰੇ ਵਰਗੇ ਬੰਦੇ ਨੂੰ ਜੇ ਇਹ ਧਮਕੀ ਦਿੰਦੇ ਆ ਤਾਂ ਫਿਰ ਮੇਰਾ ਖਿਆਲ ਹੈ ਵੀ ਲੜਨ ਤੋਂ ਇਲਾਵਾ ਸਾਡੇ ਕੋਲ ਚਾਰਾ ਕੋਈ ਨਹੀਂ ਹੈ। ਔਰ ਉਸ ਲੜਾਈ ਦੇ ਵਿੱਚ ਇਹ ਜਿੱਥੇ ਮਰਜ਼ੀ ਚਲੇ ਜਾਣ, ਜਿੱਦਾਂ ਮਰਜ਼ੀ ਕਰ ਲੈਣ, ਐਂਡ ਆਈ ਐਮ ਵੈਰੀ ਓਪਨ। ਬਿਲਕੁਲ। ਤੇ ਡੱਲਾ ਸਾਹਿਬ, ਉੱਧਰ ਚਰਨਜੀਤ ਚੰਨੀ ਹੋਣਾ ਦੀ ਵੀ ਕਹਿੰਦੇ ਕੁਰਸੀ ਦੇ ਉੱਤੇ ਜਿਹੜਾ ਉਹਨੂੰ ਖਤਰਾ ਮੰਡਰਾ ਰਿਹਾ ਹੈ। ਹੋ ਸਕਦਾ ਕਿ ਅੱਜ ਕੱਲ੍ਹ ਜਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਵੀ ਕੁਰਸੀ ਵਾਲਾ ਹਿਸਾਬ ਕਿਤਾਬ ਨਿਬੇੜ ਕੇ ਕਿਸੇ ਹੋਰ ਦੇ ਹੱਥ। ਉਹਦੇ ਪਿੱਛੇ ਦੋ ਕਾਰਨ ਨੇ। ਜਿਹੜਾ ਚਰਨਜੀਤ ਚੰਨੀ ਹੋਣਾ ਦਾ ਮਸਲਾ ਹੈ ਉਹ ਇੱਕ ਤਕਨੀਕੀ ਮਸਲਾ ਹੈ। ਦੇਖੋ ਕੀ ਕਿਹਾ ਸੀਗਾ ਉਹਨਾਂ ਨੇ, ਪ੍ਰਤਾਪ ਬਾਜਵਾ ਨੇ, ਵੀ ਜੇ 2019 ਦੀ ਸਿੱਧੂ ਬਾਰੇ ਕੋਈ ਤੁਹਾਡੇ ਕੋਲੇ ਕੁਝ ਹੈ, ਸਿੱਧੂ ਦੇ ਮਹਿਕਮੇ 'ਚ ਕੋਈ ਜਾਂਚ ਕਰਨੀ ਹੈ, ਤੇ ਤੁਸੀਂ ਪਹਿਲਾਂ ਕਿਉਂ ਨਹੀਂ ਕੀਤੀ? ਤੁਸੀਂ ਤਾਂ ਸਿੱਧੂ ਨੂੰ ਲੰਚ ਤੇ ਚਾਹ ਤੇ ਬੁਲਾ ਰਹੇ ਹੋ ਕੈਪਟਨ ਸਾਹਿਬ। ਪ੍ਰਤਾਪ ਬਾਜਵਾ ਨੇ ਕਿਹਾ, ਮੈਂ ਨਹੀਂ ਕਹਿ ਰਿਹਾ। ਤੇ ਉਹੀ ਗੱਲ ਚਰਨਜੀਤ ਚੰਨੀ ਵਾਲੀ ਹੈ। ਜੇ 3 ਸਾਲ ਪਹਿਲਾਂ ਚਰਨਜੀਤ ਚੰਨੀ ਦਾ ਕੋਈ 2.5 ਸਾਲ ਪਹਿਲਾਂ ਮੀਟੂ ਵਾਲੇ ਦੌਰ 'ਚ ਕੋਈ ਇਹੋ ਜਿਹਾ ਕੋਈ ਕੇਸ, ਕੋਈ ਸ਼ਿਕਾਇਤ, ਕੋਈ ਚਰਚਾ ਛਿੜੀ ਸੀ, ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਸੀ। ਗੱਲ ਤਾਂ ਮੈਂ ਉਹੀ ਗੱਲ ਕਹਿ ਰਿਹਾ, ਗੱਲ ਸਾਰੀ ਘੁੰਮ ਫਿਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਆ ਕੇ ਟਿਕਦੀ ਹੈ ਗਗਨ ਜੀ। ਗੱਲ ਸਾਰੀ ਸਰਕਾਰ ਦੀ ਕਾਰਗੁਜ਼ਾਰੀ ਤੇ ਆ ਕੇ ਟਿਕਦੀ ਹੈ ਵੀ ਸਰਕਾਰ ਕੀ ਕੰਟਰੋਲ ਸਥਿਤੀਆਂ ਕਰ ਨਹੀਂ ਪਾ ਰਹੀ। ਹੁਣ ਅੱਜ ਉਹ ਅਖਬਾਰਾਂ 'ਚ ਖਬਰ ਲੱਗ ਗਈ ਕੱਲ੍ਹ, ਤੇ ਵਿਮਨ ਕਮਿਸ਼ਨ ਦਾ ਕੰਮ ਹੈ, ਅਗਰ ਔਰਤਾਂ ਤੇ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਹੈ, ਕੋਈ ਪੀੜਤ ਹੈ ਔਰਤ ਸਾਡੀ, ਤੇ ਵਿਮਨ ਕਮਿਸ਼ਨ ਤਾਂ ਉਹਨਾਂ ਦੇ ਹੱਕਾਂ ਲਈ ਲੜੂਗੀ। ਮਨੀਸ਼ਾ ਗੁਲਾਟੀ ਨੇ ਤਾਂ ਆਪਣੇ ਵੱਲੋਂ ਠੀਕ ਕੀਤਾ, ਉਹਨਾਂ ਨੇ ਅਖਬਾਰਾਂ ਦੀਆਂ ਖਬਰਾਂ ਦਾ ਸੂ ਮੋਟੋ ਲਿਆ, ਪੰਜਾਬੀ 'ਚ ਇਹਨੂੰ ਕਹਿ ਦਿੰਦੇ ਨੇ ਸਵੇਂ ਧਿਆਨ ਲਿਆ, ਤੇ ਚਿੱਠੀ ਬਣਾਈ ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖਤੀ ਕਿ ਅਖਬਾਰ 'ਚ ਆਹ ਖਬਰ ਛਪੀ ਹੈ ਤੇ ਸਰਕਾਰ ਦੱਸੇ ਕੀ ਸਥਿਤੀ ਹੈ, ਕੇਸ ਕਿੱਥੇ ਖੜਾ ਹੈ, ਕੇਸ ਹੈ ਵੀ ਜਾਂ ਨਹੀਂ ਹੈ, ਕੀ ਗੱਲਬਾਤ ਹੈ। ਹੁਣ ਜਦੋਂ ਮਨੀਸ਼ਾ ਗੁਲਾਟੀ ਜਿਹੜੇ ਕਿ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ, ਉਹਨਾਂ ਨੇ ਚਿੱਠੀ ਹੀ ਲਿਖਤੀ ਪੰਜਾਬ ਦੇ ਮੁੱਖ ਸਕੱਤਰ ਨੂੰ, ਵਿਨੀ ਮਹਾਜਨ ਨੂੰ, ਤੇ ਲਿਖਤੀ ਜਵਾਬ ਮੰਗ ਲਿਆ 6-7 ਦਿਨਾਂ 'ਚ, ਤੇ ਮੁੱਖ ਸਕੱਤਰ ਨੂੰ ਤਾਂ ਦੇਣਾ ਪੈਣਾ। ਤੇ ਮੁੱਖ ਸਕੱਤਰ ਕੁਛ ਤਾਂ ਲਿਖਣਗੇ ਨਾ ਵੀ ਕੀ ਮਸਲਾ ਸੀ ਜਾਂ ਨਹੀਂ ਸੀ, ਕੀ ਕੋਈ ਮਨਮਟਾ ਸੀ ਚਰਨਜੀਤ ਚੰਨੀ ਦਾ ਆਪਣੇ ਮਹਿਕਮੇ ਦੇ ਕਿਸੇ ਕਰਮਚਾਰੀ ਨਾਲ, ਕੋਈ ਮਨਮਟਾ ਸੀ ਕਿ ਉਹ ਮਨਮਟਾ ਖਤਮ ਹੋ ਗਿਆ ਸੀ ਜਾਂ ਨਹੀਂ ਖਤਮ ਹੋਇਆ ਸੀ, ਕਿਸੇ ਦੀ ਬਦਲੀ ਹੋ ਗਈ ਸੀ, ਨਹੀਂ ਹੋਈ ਸੀ, ਕਿਸੇ ਨੇ ਮਾਫੀ ਮੰਗ ਲਈ ਸੀ, ਕਿਸੇ ਨੇ ਮਾਫੀ ਦਿੱਤੀ ਸੀ। ਇਹ ਸਾਰੀਆਂ ਗੱਲਾਂ ਮੁੱਖ ਜਿਹੜੇ ਸਕੱਤਰ ਨੇ, ਬੀਇੰਗ ਲੇਡੀ, ਉਹਨਾਂ ਨੂੰ ਇਨਵੈਸਟੀਗੇਟ ਕਰਨੀਆਂ ਪੈਣਗੀਆਂ। ਹੋ ਸਕਦਾ ਉਹ ਕਿਸੇ ਹੋਰ ਅਫਸਰ ਦੀ ਡਿਊਟੀ ਲਾ ਦੇਣ। 7 ਦਿਨਾਂ 'ਚ ਹੁਣ ਚਰਨਜੀਤ ਚੰਨੀ ਉਹਨਾਂ ਦੇ ਇਸ ਅਖਬਾਰ ਦੀ ਖਬਰ ਵਾਲੇ ਮਾਮਲੇ 'ਚ ਮੁੱਖ ਸਕੱਤਰ ਤਾਂ ਰਿਪੋਰਟ ਭੇਜੂਗੀ ਵਿਮਨ ਕਮਿਸ਼ਨ ਨੂੰ, ਔਰ ਉਸ ਰਿਪੋਰਟ ਤੋਂ ਬਾਅਦ ਫਿਰ ਵਿਮਨ ਕਮਿਸ਼ਨ ਦਾ ਅਧਿਕਾਰ ਖੇਤਰ ਹੈ। ਵਿਮਨ ਕਮਿਸ਼ਨ ਉਸ ਮਾਮਲੇ ਨੂੰ ਲੈ ਕੇ ਪੁਲਿਸ ਕੋਲੇ ਵੀ ਜਾ ਸਕਦੀ ਹੈ। ਇਹ ਮਹਿਲਾ ਕਮਿਸ਼ਨ ਦਾ ਅਧਿਕਾਰ ਹੈ। ਹੁਣ ਉਸ ਤੋਂ ਪਹਿਲਾਂ ਦੇਖੋ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਸਾਡੇ ਅਗਰ ਇਹ ਗੱਲ ਪਹਿਲਾਂ ਵੀ ਸਰਕਾਰ ਦੇ ਧਿਆਨ 'ਚ ਸੀ, ਤੇ ਅੱਜ ਸਾਡੀ ਵਿਮਨ ਕਮਿਸ਼ਨ ਪੁੱਛ ਰਹੀ ਹੈ ਬੀਬੀ ਮਹਿਲਾ ਕਮਿਸ਼ਨ ਵਾਲੀ ਮੁੱਖ ਸਕੱਤਰ ਨੂੰ ਵੀ ਇਹ ਮਾਮਲੇ ਦਾ ਕੀ ਬਣਿਆ, ਤੇ ਸਰਕਾਰ ਨੂੰ ਆਪ ਹੀ ਦੱਸ ਦੇਣਾ ਚਾਹੀਦਾ ਸੀ ਵੀ ਇਹ ਮਾਮਲਾ ਇਹਦਾ ਕੀ ਬਣ ਰਿਹਾ। ਸਵਾਲ ਫਿਰ ਸਰਕਾਰ ਵੱਲ ਜਾ ਰਹੇ ਨੇ। ਜ਼ਿੰਮੇਵਾਰੀ ਕਿਹਦੀ ਹੈ ਗਗਨ? ਸਵਾਲ ਤਾਂ ਸਰਕਾਰ ਦੇ ਜਾਣਗੇ। ਸੋ ਸਵਾਲਾਂ ਤੋਂ ਹੀ ਤਾਂ ਸਰਕਾਰ ਔਖੀ ਹੈ। ਕਹਿੰਦੇ ਘਰ ਘਰ ਬੇਰੁਜ਼ਗਾਰੀ ਦਾ ਨਾ ਪੁੱਛੋ, ਘਰ ਘਰ ਨੌਕਰੀ ਦਾ ਨਾ ਪੁੱਛੋ, ਪ੍ਰਸ਼ਾਂਤ ਕਿਸ਼ੋਰ ਦਾ ਨਾ ਪੁੱਛੋ, ਬੇਅਦਬੀ ਦੇ ਇਨਸਾਫ ਦਾ ਨਾ ਪੁੱਛੋ। ਲੋਕਾਂ ਨੇ ਤਾਂ ਸਵਾਲ ਪੁੱਛਣੇ, ਅਸੀਂ ਤਾਂ ਮੋਦੀ ਸਾਹਿਬ ਤੋਂ ਵੀ ਪੁੱਛਦੇ ਰਹੇ ਹਾਂ। ਪੱਛਮੀ ਬੰਗਾਲ ਵਾਲੇ ਵੀ ਪੁੱਛਦੇ ਸੀ ਮੋਦੀ ਸਾਹਿਬ ਤੋਂ, ਕਿਸਾਨ ਵੀ ਪੁੱਛਦੇ ਆ। ਸੱਚ ਤੋਂ ਵੱਡਾ ਸੱਚ ਨਹੀਂ। ਸੋ ਜਿਹੜਾ ਸਵਾਲ ਹੈ ਉਹ ਸੱਚ ਦੀ ਤਲਾਸ਼ 'ਚ ਬਾਰ-ਬਾਰ ਉਭਰੂਗਾ। ਸੋ ਜੀ ਹੁਣ ਇਹਦੇ ਤੇ ਕੁਛ ਨਾ ਕੁਛ ਕਾਰਵਾਈ ਤਾਂ ਨਜ਼ਰ ਆਊਗੀ। ਹਾਂ, ਇਹ ਹੋ ਸਕਦਾ ਕਿ ਚਰਨਜੀਤ ਚੰਨੀ ਇਹ ਕਹਿ ਦੇਣ ਕਿ ਜਦ ਤੱਕ ਇਨਵੈਸਟੀਗੇਟ ਕਰਨਗੇ ਪੰਜਾਬ ਦੇ ਮੁੱਖ ਸਕੱਤਰ ਬੀਬੀ ਵਿਨੀ ਮਹਾਜਨ ਜੀ ਵੀ, ਉਹਨਾਂ ਕੋਲੇ ਅਗਰ ਵਿਮਨ ਕਮਿਸ਼ਨ ਤੋਂ ਇਹ ਮਾਮਲਾ ਆਇਆ, ਹੋ ਸਕਦਾ ਚਰਨਜੀਤ ਚੰਨੀ ਖੁਦ ਅਸਤੀਫਾ ਦੇ ਜਾਣ
ਵੀ ਮੈਂ ਮੰਤਰੀ ਦੇ ਅਹੁਦੇ ਤੋਂ ਹਟ ਕੇ ਆਪਣਾ ਉਹਨਾਂ ਨੂੰ ਨਿਰਪੱਖਤਾ ਦੇ ਨਾਲ ਆਪਣਾ ਪੱਖ ਦੱਸੂਗਾ, ਜਾਂ ਹੋ ਸਕਦਾ ਕੈਪਟਨ ਅਮਰਿੰਦਰ ਇਸ ਆਧਾਰ ਤੇ ਉਹਨਾਂ ਨੂੰ ਬਰਖਾਸਤ ਕਰ ਦੇਣ। ਮੁੱਖ ਸਕੱਤਰ ਨੇ ਜਿਹੜੇ ਬੀਬੀ ਜੀ ਉਹ ਰਿਪੋਰਟ ਬਣਾਉਣ ਕੀ ਉਹਨਾਂ ਕੋਲੇ ਜਿਹੜੇ ਕਰਮਚਾਰੀ ਦੀਆਂ ਗੱਲਾਂ ਹੋ ਰਹੀਆਂ ਕੀ ਉਹਨਾਂ ਵੱਲੋਂ ਕੋਈ ਸ਼ਿਕਾਇਤ ਗਈ ਮੁੱਖ ਸਕੱਤਰ ਨੂੰ, ਪਹਿਲਾਂ ਸ਼ਿਕਾਇਤ ਗਈ, ਅਗਰ ਪਹਿਲਾਂ ਸ਼ਿਕਾਇਤ ਨਹੀਂ ਗਈ ਉਹ ਕਿਉਂ ਨਹੀਂ ਗਈ, ਉਹਦੇ ਕਾਰਨ ਕੀ ਹੈ, ਇਹ ਵੀ ਸਾਹਮਣੇ ਆਣਗੇ ਰਿਪੋਰਟ 'ਚ। ਕੀ ਕੋਈ ਜ਼ਬਾਨੀ ਸਮਝੌਤਾ ਹੋ ਗਿਆ ਸੀ, ਮਨਮਟਾ ਦੂਰ ਹੋ ਗਿਆ ਸੀ, ਜਾਂ ਮਨਮਟਾ ਵਾਲੀ ਗੱਲ ਨਹੀਂ ਸੀ, ਗੱਲ ਗੰਭੀਰ ਸੀ ਤੇ ਸੁਣੀ ਨਹੀਂ ਗਈ, ਸਾਰੇ ਪੱਖ ਨੇ ਗਗਨ। ਤੇ ਹੁਣ ਇਹ ਮਸਲਾ ਤਾਂ ਸਰਕਾਰ ਦੇ ਲਈ ਇਹ ਹੱਲ ਕਰਨਾ ਪੈਣਾ ਸਰਕਾਰ ਨੂੰ, ਔਰ ਇਹਦੇ 'ਚ ਕੋਈ ਵੱਡੀ ਗੱਲ ਨਹੀਂ। ਅਗਰ ਚਰਨਜੀਤ ਚੰਨੀ ਉਹਨਾਂ ਦੀ ਕੋਈ ਕਮੀ ਪਾਈ ਗਈ ਤੇ ਕੈਪਟਨ ਅਮਰਿੰਦਰ ਕੋਲੇ ਅਧਿਕਾਰ ਹੈ, ਉਹ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੱਖਰਾ ਕਰ ਸਕਦੇ ਨੇ। ਪਰ ਸੰਦਰਭ ਬਣ ਗਏ, ਸਾਰੇ ਸੰਦਰਭ ਇਸ ਕਰਕੇ ਬਣ ਗਏ ਕਿ ਚਰਨਜੀਤ ਚੰਨੀ ਉਹਨਾਂ ਨੇ ਵੀ ਪਿੱਛੇ ਜੇ ਮੀਟਿੰਗਾਂ ਕੀਤੀਆਂ, ਉਹ 'ਚ ਰਾਜਕੁਮਾਰ ਵੇਰਕਾ ਵੀ ਸੀ, ਹੋਰ ਸੀ, ਸਾਡੇ ਦਲਿਤ ਭਾਈਚਾਰੇ ਦੇ ਸਾਰੇ ਲੀਡਰ ਸੀ। ਇਹਨਾਂ ਨੇ ਮੀਟਿੰਗਾਂ ਕੀਤੀਆਂ ਕਿ ਸਾਡੇ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ, ਪਰ ਇਹ ਜੁੜ ਗਈਆਂ ਸਾਰੀਆਂ। ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਰੰਧਾਵਾ, ਇਹ ਸਾਰਾ ਇਸ ਰੂਪ 'ਚ ਜੁੜ ਗਈਆਂ ਕਿ ਇਹ ਸਾਰੇ ਸ਼ਾਇਦ ਬਗਾਵਤ ਕਰ ਰਹੇ ਨੇ। ਅਸਲ 'ਚ ਉਹ ਕਹਿੰਦੇ ਅਸੀਂ ਤਾਂ ਮੀਟਿੰਗਾਂ ਕਰ ਰਹੇ ਸੀ ਆਪਣੇ ਹੱਕਾਂ ਲਈ ਕਾਂਗਰਸ 'ਚ। ਇਹ ਲੋਕਾਂ ਨੇ ਕਾਂਗਰਸ ਦੇ ਖਿਲਾਫ ਤਾਂ ਕਦੀ ਬਿਆਨ ਹੀ ਨਹੀਂ ਦਿੱਤਾ, ਨਾ ਕਾਂਗਰਸ ਛੱਡੀ ਹੈ। ਅਸਲ 'ਚ ਇਹ ਸਾਰੇ ਕਿਤੇ ਨਾ ਕਿਤੇ ਸਰਕਾਰ ਤੋਂ ਇਹ ਪੁੱਛ ਰਹੇ ਸੀ ਵੀ ਆਪਾਂ ਹੁਣ ਕੀ ਕਰੀਏ, ਲੋਕ ਸਵਾਲ ਕਰਦੇ ਨੇ। ਤੇ ਸਾਡੀ ਜਿਹੜੀ ਸੱਤਾ ਹੈ ਨਾ ਗਗਨ, ਹੁਣ ਭਾਵੇਂ ਕੇਂਦਰ ਦੀ ਸੱਤਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਸੱਤਾ ਹੈ ਉਹਦੇ ਵਿੱਚ ਵੀ ਇਹੀ ਭਾਵ ਜਾਂਦੇ ਨੇ ਕਿ ਆਖਰੀ ਫੈਸਲਾ ਪ੍ਰਧਾਨ ਮੰਤਰੀ ਸਾਹਿਬ ਕਰਦੇ ਨੇ, ਤੇ ਸੂਬਿਆਂ 'ਚ ਵੀ ਜਾਂਦਾ, ਉੱਤਰ ਪ੍ਰਦੇਸ਼ 'ਚ ਵੀ ਜਾਂਦਾ ਵੀ ਆਖਰੀ ਫੈਸਲਾ ਜੋਗੀ ਸਾਹਿਬ ਕਰਦੇ ਨੇ, ਸਹੀ ਹੋ ਜਾਏ ਗਲਤ ਹੋ ਜਾਏ। ਇਹੀ ਪ੍ਰਭਾਵ ਪੰਜਾਬ 'ਚ ਹੈ ਕਿ ਜੋ ਫੈਸਲਾ ਹੁੰਦਾ ਹੈ ਉਹ ਮੁੱਖ ਮੰਤਰੀ ਸਾਹਿਬ ਕਰਦੇ ਨੇ ਤੇ ਦੂਜਿਆਂ ਕੋਲੇ ਉਹਦੀਆਂ ਤਾਕਤਾਂ ਨਹੀਂ ਹੈ। ਇਸੇ ਕਰਕੇ ਸ਼ਾਇਦ ਬਹੁਤ ਸਾਰੇ ਮਸਲੇ ਨੇ ਜਿਹੜੇ ਨਿਬੜਦੇ ਨਹੀਂ। ਦੇਖੋ ਮਹਿਕਮਾ ਗ੍ਰਹਿ ਦਾ ਵੀ ਮੁੱਖ ਮੰਤਰੀ ਕੋਲੇ ਆ, ਬਿੱਟੂ ਨੇ ਵੀ ਬਾਰ-ਬਾਰ ਕਿਹਾ ਕਿ ਅਗਰ ਗ੍ਰਹਿ ਮੰਤਰਾਲਾ ਕਾਰਵਾਈ ਨਹੀਂ ਕਰ ਪਾ ਰਿਹਾ, ਗ੍ਰਹਿ ਮੰਤਰੀ ਬਦਲ ਲਓ, ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦਿਓ। ਸਿੱਧੂ ਨੇ ਵੀ ਗ੍ਰਹਿ ਮੰਤਰਾਲੇ ਤੇ ਗੱਲ ਕੀਤੀ। ਬੇਅਦਬੀ ਦੇ ਇਨਸਾਫ ਦੀ ਗੱਲ ਵੀ ਗ੍ਰਹਿ ਮੰਤਰੀ ਨਾਲ ਜੁੜਦੀ ਹੈ। ਜਿੰਨੇ ਬੇਅਦਬੀਆਂ, ਬਰਗਾੜੀ, ਕੋਟਕਪੂਰਾ, ਸਾਰੇ ਮਸਲੇ ਦੀ ਇਨਸਾਫ ਦਾ ਰਾਹ। ਤੇ ਪਰ ਸਵਾਲ ਦੇਖੋ ਪ੍ਰਤਾਪ ਬਾਜਵੇ ਨੇ ਵੀ ਚੱਕਤਾ ਨਾ, ਕਹਿੰਦਾ 2002 ਤੋਂ 2017 'ਚ ਕੁਛ ਨਹੀਂ ਹੋਇਆ, ਅਕਾਲੀ ਦਲ ਦੇ ਰਾਜ 'ਚ ਕੋਈ ਕਮਿਸ਼ਨ ਦੀ ਜਾਂਚ ਨਹੀਂ। ਇੱਕ ਕਮਿਸ਼ਨ ਜ਼ਰੂਰ ਬਣਿਆ ਸੀ ਵੀ ਜਿਹੜੇ ਕਾਂਗਰਸੀਆਂ ਤੇ ਝੂਠੇ ਪਰਚੇ ਹੋਏ ਉਹ ਅਸੀਂ ਰੱਦ ਕਰਾਉਣੇ। ਹਜ਼ਾਰਾਂ ਪਰਚੇ ਮੈਨੂੰ ਲੱਗਦਾ ਰੱਦ ਹੋ ਗਏ ਹੋਣੇ ਕਾਂਗਰਸੀਆਂ ਤੋਂ। ਇਹਦਾ ਮਤਲਬ ਹੈ ਅਕਾਲੀ ਦਲ ਦੇ ਰਾਜ 'ਚ ਸਭ ਕੁਝ ਚੰਗਾ ਤਾਂ ਹੈ ਨਹੀਂ ਸੀ। ਪਰਚੇ ਰੱਦ ਕੀਤੇ ਕੈਪਟਨ ਦੀ ਸਰਕਾਰ 'ਚ ਆ ਕੇ ਅਕਾਲੀ ਦਲ ਵੇਲੇ, ਇਹਦਾ ਮਤਲਬ ਹੈ ਅਕਾਲੀ ਦਲ ਦੇ ਰਾਜ 'ਚ ਝੂਠੇ ਪਰਚੇ ਦਰਜ ਹੋਏ। ਜੇ ਝੂਠੇ ਪਰਚੇ ਦਰਜ ਹੋਏ ਤੇ ਹੋਰ ਬੜਾ ਕੁਝ ਝੂਠਾ ਹੋਇਆ ਹੋਣਾ। ਉਹਦੇ ਲਈ ਵੀ ਕੈਪਟਨ ਅਮਰਿੰਦਰ ਨੇ ਕੋਈ ਵਿਜੀਲੈਂਸ ਦੀ ਜਾਂਚ ਕੀਤੀ, ਇਹ ਸਵਾਲ ਹੈ ਪ੍ਰਤਾਪ ਬਾਜਵੇ ਦਾ ਵੀ, ਬਾਕੀਆਂ ਦਾ ਵੀ। ਤੇ ਹੁਣ ਜਦੋਂ ਵਿਜੀਲੈਂਸ ਦੀਆਂ ਗੱਲਾਂ ਆਈਆਂ, ਦੇਖੋ ਹੁਣ ਸੁਨੀਲ ਜਾਖੜ ਦਾ ਬਿਆਨ ਆ ਗਿਆ ਵੀ ਕਿਸੇ ਦੇ ਵਿਜੀਲੈਂਸ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਹੁਣ ਦੱਸੋ ਸੁਨੀਲ ਜਾਖੜ ਜੀ, ਤੁਸੀਂ ਇਹ ਸਰਕਾਰ ਵੱਲੋਂ ਪ੍ਰੈਸ ਨੋਟ ਜਾਰੀ ਕਰਾਓ, ਮੁੱਖ ਮੰਤਰੀ ਸਾਹਿਬ ਦੇ ਦਫ਼ਤਰ 'ਚੋਂ ਇਹ ਗੱਲ ਬਾਹਰ ਭੇਜੋ ਕਿ ਕਿਸੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਕਿਸੇ ਤੇ ਕੋਈ ਸਬੂਤ ਨਹੀਂ, ਤਾਂ ਸਪਸ਼ਟੀਕਰਨ ਆਊਗਾ। ਸੋ ਜਾਖੜ ਸਾਹਿਬ ਕਹਿ ਰਹੇ ਨੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਪਰ ਇਹ ਅਧਿਕਾਰ ਖੇਤਰ ਫਿਰ ਗ੍ਰਹਿ ਮੰਤਰਾਲੇ ਦਾ। ਗ੍ਰਹਿ ਮੰਤਰੀ ਜਾਂ ਪੰਜਾਬ ਦੀ ਸਰਕਾਰ ਸਪਸ਼ਟ ਕਰੇ ਵੀ ਸਾਡੇ ਸਾਰੇ ਵਿਧਾਇਕ ਤੇ ਮੰਤਰੀ ਐਨ ਸੁੱਚੇ ਨੇ, ਸੁੱਚੇ ਮੋਤੀਆਂ ਵਰਗੇ, ਕਿਸੇ ਤੇ ਭੋਰਾ ਦਾਗ ਨਹੀਂ, ਤੇ ਇਸ ਕਰਕੇ ਵਿਜੀਲੈਂਸ ਦੀ ਜਾਂਚ ਦੀ ਲੋੜ ਨਹੀਂ। ਤਾਂ ਹੀ ਸਥਿਤੀ ਸਪਸ਼ਟ ਹੋਊਗੀ। ਕਿਉਂਕਿ ਮੈਨੂੰ ਇਸ ਤੋਂ ਬਾਅਦ ਕਾਲ ਆਈ ਤਾਂ ਮੈਂ ਲੀਗਲੀ ਕਾਰਵਾਈ ਉਹਨਾਂ ਤੇ ਕਰ ਸਕਦੀ ਹਾਂ ਕਿ ਮੈਨੂੰ ਕੋਈ ਬਲੇਮ ਨਹੀਂ ਕਰ ਸਕਦਾ ਕਿ ਮੈਂ ਮਿਨਿਸਟਰ ਨਾਲ ਮਿਲੀ ਹੋਈ ਹਾਂ ਜਾਂ ਮੈਂ ਉਹਨਾਂ ਨੂੰ ਜਾਣਦੀ ਹਾਂ। ਮੈਂ ਉਹਨਾਂ ਨੂੰ ਅੱਜ ਤੱਕ ਮਿਲੀ ਵੀ ਨਹੀਂ, ਪਰ ਮੇਰਾ ਇਹ ਕੰਮ ਨਹੀਂ ਹੈ। ਮੈਂ ਸਿਰਫ ਆਪਣੀ ਪੰਜਾਬ ਦੀ ਵੂਮਨ ਕਮਿਊਨਿਟੀ ਔਰ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਨੂੰ ਦੇਖ ਰਹੀ ਹਾਂ। ਔਰ ਅੱਜ ਫਿਰ ਇਹ ਨਿਊਜ਼ਪੇਪਰ 'ਚ ਜਿਹੜੀ ਨਿਊਜ਼ ਲੱਗੀਆਂ ਹੋਈਆਂ ਨੇ, ਇਹ ਸਰਕਾਰ ਮੈਨੂੰ ਇੱਕ ਹਫ਼ਤੇ 'ਚ ਸਪਸ਼ਟੀਕਰਨ ਦੇ, ਨਹੀਂ ਸਰਕਾਰ ਦੇਗੀ ਸਪਸ਼ਟੀਕਰਨ ਤੇ ਮੈਂ ਭੁੱਖ ਹੜਤਾਲ ਤੇ ਕਿੰਨੇ ਆਫੀਸਰ ਨੇ, ਕਦੋਂ ਆਈ ਹੈ, ਕਦੋਂ ਤੁਹਾਡੇ ਤੋਂ ਮੈਨੂੰ 2-3 ਦਿਨ ਤੋਂ ਆ ਰਹੀ, ਅੱਜ ਵੀ ਸਵੇਰ ਦੇ 3 ਫੋਨ ਆ ਚੁੱਕੇ ਨੇ। ਮੈਂ ਕੋਈ ਜਵਾਬ ਕਿੰਨੇ ਆਫੀਸਰ ਨੇ ਤੇ ਤੁਸੀਂ ਜਿਹੜੇ ਇਹ ਇੱਕ ਹਫ਼ਤੇ ਦੀ ਟਾਈਮਿੰਗ ਡੈਡਲਾਈਨ ਦਿੱਤੀ ਹੈ ਸਰਕਾਰ ਨੂੰ, ਉਸ ਦੇ ਨਾਲ ਤੁਸੀਂ ਇਹ ਚਿੱਠੀ ਵੀ ਭੇਜੀ ਹੈਗੀ ਹੈ ਜਾਂ ਕੱਲੀ ਸਿਰਫ ਸਪਸ਼ਟੀਕਰਨ ਦੀ ਭੇਜੀ ਹੈ? ਇਹ ਦੋਨੋਂ ਲੈਟਰ ਹੈ, ਰਿਮਾਈਂਡਰ ਤੇ ਇਹ ਅੱਜ ਦੀ ਫਰੈਸ਼ ਲੈਟਰ ਸਰਕਾਰ ਨੂੰ ਇਸ਼ੂ ਕਰ ਦਿੱਤੇ ਗਏ ਨੇ। ਇਹ ਸਰਕਾਰ ਨੂੰ ਇਸ਼ੂ ਕਰ ਦਿੱਤੇ ਗਏ ਨੇ ਕਿ ਸਾਨੂੰ ਇੱਕ ਹਫ਼ਤਾ ਟਾਈਮ ਬਾਉਂਡ ਕਰ ਦਿੱਤਾ ਗਿਆ। ਵੈਸੇ ਇੱਕ ਹਫ਼ਤਾ ਬੰਦਾ ਨਹੀਂ, 3 ਦਿਨ ਨਹੀਂ ਬੰਦੇ ਨੇ ਕਿ ਸਰਕਾਰ ਸਾਨੂੰ ਜਲਦ ਤੋਂ ਜਲਦ ਜਵਾਬ ਦੇ, ਪਰ ਫਿਰ ਵੀ ਇੱਕ ਹਫ਼ਤਾ ਟਾਈਮ ਬਾਉਂਡ, ਚਲੋ ਇੱਕ ਹਫ਼ਤਾ ਦੇ ਦਿੱਤਾ ਗਿਆ। ਇੱਕ ਹਫ਼ਤੇ ਜੇ ਸਰਕਾਰ ਸਾਨੂੰ ਸਪਸ਼ਟੀਕਰਨ ਨਹੀਂ ਦਿੰਦੀ ਹੈ ਤਾਂ ਮੈਂ ਭੁੱਖ ਹੜਤਾਲ ਤੇ ਬੈਠ ਜਾਵਾਂਗੀ।
ਬਿਲਕੁਲ। ਸੋ ਡੱਲਾ ਸਾਹਿਬ, ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਵੱਲ ਵੀ ਨਜ਼ਰ ਮਾਰ ਲਈ। ਕਹਿੰਦੇ ਕਿ ਜਿਹੋ ਜਿਹਾ ਕੁਝ ਪੰਜਾਬ ਦੇ ਵਿੱਚ ਵਾ, ਪੱਛਮੀ ਬੰਗਾਲ ਦੇ ਵਿੱਚ ਵੀ ਉਹੀ ਕੁਝ ਆ। CBI ਦੀ ਰੇਡ ਪਈ ਤੇ 4 ਦੇ ਕਰੀਬ ਜਿਹੜੇ ਵਿਧਾਇਕ ਸੀ, ਕੁਝ ਉਹਨਾਂ ਦੇ ਵਿੱਚੋਂ ਵੱਡੇ ਆਗੂ ਵੀ ਸੀ ਤ੍ਰਿਣਮੂਲ ਕਾਂਗਰਸ ਦੇ, ਮਮਤਾ ਬੈਨਰਜੀ ਵਾਲੇ ਪੱਖ ਦੇ, ਉਹਨਾਂ ਨੂੰ ਵੀ CBI ਵਾਲੇ ਕਹਿੰਦੇ ਲੈ ਗਏ ਸੀ ਨਾਲ। ਤੇ ਮਮਤਾ ਬੈਨਰਜੀ ਵੀ ਫਿਰ CBI ਦੇ ਪੁਲਿਸ ਸਟੇਸ਼ਨ ਜਿਹੜਾ ਹੁੰਦਾ ਉਹਦੇ 'ਚ 6 ਘੰਟੇ ਦੇ ਕਰੀਬ ਬੈਠ ਕੇ ਆਏ ਨੇ ਕਿ ਮੈਨੂੰ ਵੀ ਗ੍ਰਿਫਤਾਰ ਕਰ ਲਓ। ਸੋ ਕਿੱਦਾਂ ਵੇਖ ਰਹੇ ਹੋ, ਕਿਉਂਕਿ ਪੰਜਾਬ ਦੇ ਵਿੱਚ ਛੋਟੇ ਪੱਧਰ 'ਤੇ ਤੇ ਉੱਧਰ ਵੱਡੇ ਪੱਧਰ 'ਤੇ ਉੱਤੇ ਦੇਖੋ, ਗੱਲ ਤਾਂ ਇਹੀ ਹੈ ਕਿ ਇਸ ਕਾਰਵਾਈਆਂ ਨੂੰ ਜਦ ਤੱਕ ਇਹਨਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਸ਼ੱਕ ਦੀ ਨਜ਼ਰ ਨਾਲ ਲੋਕ ਦੇਖਦੇ ਆ। ਹੁਣੇ ਸਰਕਾਰ ਬਣੀ ਹੈ, ਕੋਵਿਡ ਦੀਆਂ ਸਥਿਤੀਆਂ ਨੇ, ਕਿੰਨੀਆਂ ਚੁਣੌਤੀਪੂਰਵਕ ਸਥਿਤੀਆਂ ਨੇ ਪੱਛਮੀ ਬੰਗਾਲ 'ਚ, ਕਿਉਂਕਿ ਮਮਤਾ ਬੈਨਰਜੀ ਦੀ ਸਰਕਾਰ ਬਣ ਗਈ, ਇਸ ਕਰਕੇ ਇਲਜ਼ਾਮ ਲੱਗ ਰਹੇ ਨੇ ਵੀ ਅਚਾਨਕ CBI ਪੇਸ਼ ਹੋ ਗਈ। ਸੋ ਸਵਾਲ ਸਿਆਸੀ ਤੌਰ ਤੇ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਇਹ ਪਰੰਪਰਾ ਰਹੀ ਹੈ। ਸੁਪਰੀਮ ਕੋਰਟ ਨੇ ਕਿਉਂ ਕਿਹਾ ਕਿ CBI ਤਾਂ ਸਰਕਾਰਾਂ ਦੀ ਤੋਤਾ ਹੈ? ਕਿਉਂ ਕਿਹਾ ਵੀ CBI ਤੋਂ ਜੋ ਮਰਜ਼ੀ ਬੁਲਵਾਈ ਚੱਲੋ, ਜਦਕਿ ਇਹ ਬੜੀ ਸਾਡੇ ਲਈ ਬਦਨਸੀਬੀ ਵਾਲੀ ਗੱਲ ਹੈ। CBI ਵਰਗੀ ਸੰਸਥਾ ਜਿਹਦੇ ਤੇ ਬਹੁਤ ਆਸ ਤੇ ਉਮੀਦਾਂ ਹੁੰਦੀਆਂ ਲੋਕਾਂ ਨੂੰ। ਹੁਣ ਤੁਸੀਂ ਦੇਖੋ, ਮੁੰਡਾ ਜਿਹੜਾ ਜਿਹਦੇ ਤੇ ਇਲਜ਼ਾਮ ਲੱਗੇ ਕਿ ਉਹ ਨਸ਼ਾ ਬਹੁਤ ਕਰਦਾ ਸੀ, ਉਹ ਫਿਲਮੀ ਕਲਾਕਾਰ, ਕੀ ਨਾਮ ਹੈ, ਜਿਹਦੇ ਨਾਂ ਤੇ ਬੜੇ ਇਨਸਾਫ ਦੀਆਂ ਅਭਿਆਨ ਚਲਾਏ ਟੀਵੀਆਂ ਨੇ, ਸੁਸ਼ਾਂਤ ਸਿੰਘ ਰਾਜਪੂਤ। ਉਹਦੇ ਤੇ ਦੇਖੋ ਉਹਦੇ ਤੇ ਵੀ ਕਿੱਡੇ ਇਲਜ਼ਾਮ ਲੱਗੇ ਨੇ, ਤੇ CBI ਨੇ ਕੀ ਕੱਢ ਲਿਆ ਉੱਥੇ? CBI ਉਹ 2 ਸੂਬਿਆਂ ਦੀਆਂ ਚੋਣਾਂ ਸੀ, ਬਿਹਾਰ ਦੀਆਂ ਚੋਣਾਂ ਸੀ ਮੈਨੂੰ ਲੱਗਦਾ, ਉਦੋਂ ਵੀ ਇਲਜ਼ਾਮ ਲੱਗੇ। CBI ਨੇ ਕੀ ਲੱਭਿਆ? ਕੁਛ ਨਹੀਂ। ਸੋ ਇਸ ਕਰਕੇ ਆ ਛਾਪੇ ਛੂਪੇ ਜਿਹੜੇ ਨੇ, ਇਹ ਬਹੁਤ ਵਾਰੀ ਅਦਾਲਤਾਂ 'ਚ ਜਾ ਕੇ ਖਤਮ ਹੋ ਜਾਂਦੇ ਨੇ। ਇਹੀ ਹਾਲ ਪੰਜਾਬ ਦੇ ਵਿਜੀਲੈਂਸ ਦਾ ਦੇਖਿਆ ਆਪਾਂ। ਠੀਕ ਹੈ, ਸਕਸੈਸ ਰੇਟ ਹੈ, CBI ਦਾ ਵੀ ਹੈ, ਇਹਨਾਂ ਦਾ ਵੀ ਹੈ, ਪਰ ਬਹੁਤ ਘੱਟ ਸਕਸੈਸ ਰੇਟ ਹੈ। ਇੰਨੇ ਸਕਸੈਸ ਰੇਟ ਤੋਂ ਬਾਅਦ ਤਾਂ ਫਿਰ ਮੈਂ ਉਹੀ ਗੱਲ ਕਹੂੰਗਾ ਵੀ ਇਹਨਾਂ ਨੂੰ ਵੀ ਕਿਤੇ ਟਿਊਸ਼ਨ ਰਖਾਓ ਕਿਸੇ ਇਮਾਨਦਾਰ, ਬਹੁਤ ਇਮਾਨਦਾਰ ਪ੍ਰੋਫੈਸਰ ਕੋਲੇ, ਜਿਹੜਾ ਇਹਨਾਂ 'ਚ ਐਡੀ ਇਮਾਨਦਾਰੀ ਭਰ ਦੇ ਕਿ ਨਾ ਵਿਜੀਲੈਂਸ ਦਾ ਅਫਸਰ ਕਿਸੇ ਦੀ ਸੁਣੇ, ਨਾ CBI ਦਾ ਅਫਸਰ ਕਿਸੇ ਦੀ ਸੁਣੇ। ਔਰ ਮੇਰੇ ਕੋਲੇ ਤਾਂ ਇੱਕੋ ਹੀ ਸੁਝਾਅ ਹੈ ਕਿ ਭਾਵੇਂ CBI ਹੈ, ਭਾਵੇਂ ਪੁਲਿਸ ਹੈ ਸੂਬਿਆਂ ਦੀ, DGP ਹੈ, ਇਹ DGP ਔਰ CBI ਦੇ ਜਿਹੜੇ ਵੱਡੇ ਅਫਸਰ ਨੇ, ਇਹਨਾਂ ਦੀ ਜਵਾਬਦੇਹੀ ਸਿੱਧੀ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਨੂੰ ਹੋਣੀ ਚਾਹੀਦੀ ਹੈ। ਸਰਕਾਰ ਦੇ ਹੱਥੋਂ ਇਹਨਾਂ ਦਾ ਕੰਟਰੋਲ ਹੀ ਨਹੀਂ ਹੋਣਾ ਚਾਹੀਦਾ। ਜਿਵੇਂ ਦਿੱਲੀ 'ਚ ਕੇਜਰੀਵਾਲ ਕੋਲੇ ਪੁਲਿਸ ਨਹੀਂ ਨਾ, ਉਹ ਕੇਂਦਰ ਕੋਲੇ ਹੈ, ਕੇਂਦਰ ਕੋਲੇ ਵੀ ਨਹੀਂ ਹੋਣੀ ਚਾਹੀਦੀ। ਪੁਲਿਸ, ਲਾ ਐਂਡ ਆਰਡਰ, ਐਡਮਿਨਿਸਟ੍ਰੇਸ਼ਨ, ਜਸਟਿਸ, ਇਹ ਸਾਰਾ ਮਹਿਕਮਾ ਸੁਪਰੀਮ ਕੋਰਟ ਕੋਲੇ ਹੋਣਾ ਚਾਹੀਦਾ। ਸਾਡੇ ਪੁਲਿਸ ਅਫਸਰ, ਵੱਡੇ ਸਾਰੇ ਪੁਲਿਸ ਅਫਸਰ, ਸਾਰੀ ਪੁਲਿਸ ਫੋਰਸ ਅਗਰ ਸਿੱਧੀ ਸੁਪਰੀਮ ਕੋਰਟ, ਹਾਈ ਕੋਰਟ ਨੂੰ ਜਵਾਬਦੇਹ ਹੋਵੇ ਗਗਨ, ਤੇ ਪੋਲੀਟੀਕਲ ਲੀਡਰ ਦੁਰਵਰਤੋਂ ਕਰ ਹੀ ਨਹੀਂ ਸਕਦੇ। ਇਹ ਪ੍ਰਬੰਧ ਦੀ ਲੋੜ ਹੈ ਬਦਲਣ ਦੀ। ਸਾਡਾ ਮੁਲਕ ਬਿਲਕੁਲ ਸਾਫ਼ ਸੁਥਰਾ ਹੋ ਜਾਊਗਾ। ਪੋਲੀਟੀਕਲ ਸਿਸਟਮ ਨੇ ਬਹੁਤ ਬੇੜਾ ਗਰਕ ਕੀਤਾ ਹੈ। ਤੇ ਡੱਲਾ ਸਾਹਿਬ, ਜਿਹੜਾ ਹੁਣ ਰੌਲਾ ਹੁਣ ਕਾਂਗਰਸ ਦੇ ਵਿੱਚੋਂ ਪੈਦਾ ਹੋਇਆ ਹੈ, ਇਹ ਹੁਣ ਹਾਈ ਕਮਾਨ ਤੱਕ ਪਹੁੰਚ ਗਿਆ ਹੋਣਾ, ਕਿਉਂਕਿ ਹਜੇ ਤੱਕ ਇਹ ਚਰਚਾਵਾਂ ਸੀ ਕਿ ਹਾਈ ਕਮਾਨ ਹਰ ਇੱਕ ਚੀਜ਼ ਨੂੰ ਕੋਲੋਂ ਵੇਖ ਰਹੀ ਹੈ, ਪਰ ਹੁਣ ਲੱਗਦਾ ਕਿ ਵੇਖਣ ਦਾ ਸਮਾਂ ਜਾ ਚੁੱਕਿਆ। ਹੁਣ ਕੋਈ ਐਕਸ਼ਨ ਕਰੇਗੀ ਹਾਈ ਕਮਾਨ? ਮੈਨੂੰ ਲੱਗਦਾ ਹੁਣ ਹਾਈ ਕਮਾਨ ਨੂੰ ਵਿੱਚ ਦਖਲ ਦੇਣਾ ਪਊਗਾ। ਹਾਈ ਕਮਾਂਡ ਕੀ ਕਰ ਸਕਦੀ ਹੈ? ਕੋਈ ਓਬਜ਼ਰਵਰ ਭੇਜ ਸਕਦੀ ਹੈ ਹਾਈ ਕਮਾਂਡ। ਉਹ ਓਬਜ਼ਰਵਰ ਵਿਧਾਇਕਾਂ ਨਾਲ ਮੀਟਿੰਗ ਕਰ ਸਕਦਾ, ਪੰਜਾਬ ਦੇ ਇਹਨਾਂ ਮੰਤਰੀਆਂ ਨੂੰ ਮਿਲ ਸਕਦਾ, ਉਹ ਪ੍ਰਗਟ ਸਿੰਘ ਨੂੰ ਮਿਲ ਸਕਦਾ, ਨਵਜੋਤ ਸਿੰਘ ਸਿੱਧੂ ਨੂੰ ਮਿਲ ਸਕਦਾ, ਆਪਣੀ ਰਿਪੋਰਟ ਬਣਾ ਕੇ ਹਾਈ ਕਮਾਂਡ ਨੂੰ ਦੇ ਸਕਦਾ। ਦੇਖੋ, ਉਂਝ ਹਾਈ ਕਮਾਂਡ ਕੋਲੇ ਸਾਰੀਆਂ ਰਿਪੋਰਟਾਂ ਨੇ। ਰਾਹੁਲ ਗਾਂਧੀ ਦੇ ਖਾਸ ਸੂਤਰ ਪੰਜਾਬ 'ਚ ਦੌਰਾ ਕਰਕੇ ਗਏ ਨੇ, ਪਤਾ ਲੱਗਿਆ। ਰਾਹੁਲ ਗਾਂਧੀ ਨੂੰ ਜ਼ਮੀਨੀ ਸਥਿਤੀ ਪਤਾ ਹੈ, ਕਹਿੰਦੇ ਰਾਹੁਲ ਗਾਂਧੀ ਨੂੰ ਜ਼ਮੀਨੀ ਸਥਿਤੀਆਂ ਪਤਾ ਲੱਗਣ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੂੰ ਰੋਕਿਆ ਨਹੀਂ ਜਾ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਵੀ ਜਦੋਂ ਗੱਲ ਬੇਅਦਬੀਆਂ ਦੇ ਇਨਸਾਫ ਦੀ ਕਰਦਾ ਹੈ ਤੇ ਉਹਨੂੰ ਕੋਈ ਕਿਵੇਂ ਰੋਕ ਸਕਦਾ? ਗਗਨ, ਇਹ ਵੀ ਪਤਾ ਲੱਗਿਆ ਕਿ ਹਰੀਸ਼ ਰਾਵਤ ਨੂੰ ਹਾਈ ਕਮਾਂਡ ਨੇ ਤਾਕਤਾਂ ਦੇ ਕੇ ਭੇਜਿਆ ਸੀ, ਹਰੀਸ਼ ਰਾਵਤ ਦੀ ਨਹੀਂ ਚੱਲ ਸਕੀ। ਹੁਣ ਦੁਬਾਰਾ ਇੱਕ ਵਾਰੀ ਹਰੀਸ਼ ਰਾਵਤ ਨੂੰ ਵੀ ਭੇਜ ਸਕਦੇ ਨੇ ਕਿ ਤੁਸੀਂ ਜਾਓ ਜੇ ਸੁਲ੍ਹਾ ਸਫਾਈ ਹੋ ਸਕੇ, ਨਹੀਂ ਤਾਂ ਕੋਈ ਨਵਾਂ ਪ੍ਰਭਾਰੀ ਪੰਜਾਬ ਦਾ ਕਾਂਗਰਸ ਦਾ ਲਾਇਆ ਜਾ ਸਕਦਾ। ਮੈਨੂੰ ਲੱਗਦਾ 2-4 ਦਿਨਾਂ 'ਚ ਇਹਦਾ ਫੈਸਲਾ ਹੋ ਸਕਦਾ। ਇਹ ਵੀ ਹੋ ਸਕਦਾ ਕਿ ਆਉਂਦੇ ਕੁਝ ਦਿਨਾਂ 'ਚ ਪ੍ਰਿੰਕਾ ਗਾਂਧੀ ਪੰਜਾਬ ਦਾ ਪ੍ਰਭਾਰ ਆਪਣੇ ਕੰਟਰੋਲ 'ਚ ਆ ਜਾਏ, ਸੋਨੀਆ ਗਾਂਧੀ ਪ੍ਰਿੰਕਾ ਗਾਂਧੀ ਨੂੰ ਪੰਜਾਬ ਦਾ ਕੰਟਰੋਲ ਦੇ ਦੇ, ਤਾਂ ਕਿ ਸਥਿਤੀਆਂ ਕਾਂਗਰਸ ਦੇ ਕਿਸੇ ਵੱਡੇ ਆਗੂ ਦੇ ਹੱਥੋਂ ਕੰਟਰੋਲ 'ਚ ਆ ਜਾਣ। ਔਰ ਪੰਜਾਬ 'ਚ ਕਾਂਗਰਸ 'ਚ ਸਥਿਤੀਆਂ ਸਭ ਕੁਝ ਇਸ ਵਕਤ ਚੰਗੀਆਂ ਨਹੀਂ ਹੈ। ਹਾਈ ਕਮਾਂਡ ਦਾ ਦਖਲ ਦੇਣਾ ਬਣਦਾ, ਨਹੀਂ ਤਾਂ ਪੰਜਾਬ 'ਚ ਕਾਂਗਰਸ ਨੇੜੇ ਜਾ ਕੇ ਖਿੰਡ ਸਕਦੀ ਹੈ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਗੱਲਬਾਤ ਪੰਜਾਬ ਦੀ ਸਿਆਸਤ ਦੇ ਵਿੱਚੋਂ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਾਂਦੇ ਕਰ ਲਈਏ। ਕਹਿੰਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਤਿਆਰੀ ਹੋ ਚੁੱਕੀ ਹੈ, ਪ੍ਰਧਾਨ ਸਰਪ੍ਰਸਤ ਇਸ ਚੀਜ਼ ਦਾ ਵੀ ਫਾਈਨਲ ਹੋ ਚੁੱਕਿਆ ਕਿ ਹੁਣ ਬਣਨ ਜਾ ਰਿਹਾ। ਕੀ ਲੱਗਦਾ ਹੈ ਇਹ ਨਵਾਂ ਅਕਾਲੀ ਦਲ ਹੁਣ ਦੁਬਾਰਾ ਹੋਂਦ ਦੇ ਵਿੱਚ ਲਿਆਉਣ ਦੀਆਂ ਤਿਆਰੀਆਂ ਨੇ? ਦੇਖੋ, ਇਹਨਾਂ ਨੂੰ ਸ਼ੁਭ ਇੱਛਾਵਾਂ ਨੇ, ਢੀਂਡਸਾ ਸਾਹਿਬ ਨੂੰ ਵੀ, ਬ੍ਰਹਮਪੁਰਾ ਸਾਹਿਬ ਨੂੰ ਵੀ। ਇਹ ਇਕੱਠੇ ਹੋ ਕੇ ਤੁਰੇ ਰਹਿਣ। ਹੁਣ ਅਕਾਲੀ ਦਲ ਇਹਨਾਂ ਨੇ ਸੰਯੁਕਤ ਬਣਾ ਲਿਆ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣ ਰਿਹਾ ਜਾਂ ਬਣਾ ਰਿਹਾ? ਬਣ ਰਿਹਾ। ਚਲੋ ਬਣ ਜੇ, ਬਹੁਤ ਮੁਬਾਰਕਾਂ ਜੀ ਇਹਨਾਂ ਨੂੰ, ਇਕੱਠੇ ਹੋ ਜਾਣ। ਪਾਰਟੀ ਦਾ ਨਾਮ ਵੀ ਇਹਨਾਂ ਨੂੰ ਮੁਬਾਰਕ ਹੈ।
ਤੇ ਕੰਮ ਕਰਨ ਪੰਜਾਬ ਦੇ ਹਿੱਤਾਂ ਲਈ, ਕੁਰਬਾਨੀਆਂ ਕਰਨ ਲਗਾਤਾਰ, ਕਿਸਾਨਾਂ ਦੇ ਹੱਕਾਂ ਤੇ ਆਵਾਜ਼ ਬੁਲੰਦ ਕਰਨ, ਪੰਜਾਬ ਦੇ ਭਲੇ ਲਈ ਇਕੱਠੇ ਹੋਣ, ਚੰਗੇ ਗੱਠਜੋੜ ਕਰਨ, ਸਿਆਸੀ ਹਿੱਤ ਛੱਡ ਦੇਣ। ਇਹਨਾਂ ਦੀ ਉਮਰਾਂ ਲੰਘ ਗਈਆਂ, ਹੁਣ ਇਹਨਾਂ ਨੇ ਇਹ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣ। ਮੈਂ ਤਾਂ ਇਹ ਕਹੂੰਗਾ ਇਹ ਆਪ ਨਾ ਚੋਣਾਂ ਲੜਨ, ਸਾਡੇ ਸਾਰੇ ਜਿਹੜੇ ਬੜੇ ਸੀਨੀਅਰ ਹੋ ਗਏ, ਜਿਹੜੇ 75-80 ਤੇ ਪਹੁੰਚ ਗਏ, ਉਹ ਤਾਂ ਨਾ ਹੀ ਲੜਨ। ਬਿਲਕੁਲ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਤੇ ਨਿਗਾਹਾਂ ਰੱਖਾਂਗੇ, ਕਿਉਂਕਿ ਹੁਣ ਜਿਹੜੀ ਦਿਲਚਸਪ ਸਿਆਸਤ ਪੰਜਾਬ ਦੇ ਵਿੱਚੋਂ ਹੋਣ ਲੱਗੀ ਹੈ, ਬਹੁਤ ਵੱਡਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਾ। ਕਈ ਕੁਰਸੀਆਂ ਦੇ ਉੱਤੇ ਬੈਠਣ ਵਾਲਿਆਂ ਦੇ ਨਾਮ ਬਦਲ ਜਾਣੇ ਆ ਤੇ ਕਈਆਂ ਨੂੰ ਕੁਰਸੀਆਂ ਤੋਂ ਲਾਂਭੇ ਕਰ ਦਿੱਤਾ ਜਾਣਾ। ਸੋ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੁਰਸੀਆਂ ਦੀ ਦੌੜ ਕਿੱਥੇ ਤੱਕ ਜਾਂਦੀ ਹੈ। ਸੋ ਫਿਲਹਾਲ ਦੇ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਚਾਹਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।